ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਕੋਵਿਡ-19 ਯਾਨੀ ਕਿ ਕਰੋਨਾ ਵਾਇਰਸ ਦੇ ਫੈਲਾਅ ਨੂੰ ਦੇਖਦਿਆਂ ਹੋਇਆਂ ਜਿੱਥੇ ਪੂਰੇ ਭਾਰਤ ਦੇਸ਼ ਦੇ ਵਿੱਚ ਲੋਕਡਾਊਨ ਕੀਤਾ ਗਿਆ ਸੀ, ਉੱਥੇ ਹੀ ਪੰਜਾਬ ਦੇ ਵਿੱਚ ਕਰਫਿਊ ਲਗਾਇਆ ਗਿਆ ਸੀ ਤੇ ਹੁਣ ਜਿਹੜਾ ਹੈ ਪੰਜਾਬ ਦੇ ਵਿੱਚੋਂ ਜਿਹੜਾ ਕਰਫਿਊ ਚੱਕ ਦਿੱਤਾ ਗਿਆ ਹੈ ਤੇ ਨਾਲ ਹੀ ਨਾਲ ਹਾਲੇ ਲੋਕਡਾਊਨ ਜਿਹੜਾ ਉਹ 31 ਮਈ ਤੱਕ ਜਾਰੀ ਰਹੇਗਾ, ਜਿਸ ਦੇ ਚੱਲਦੇ ਜਿਹੜੀ ਜਲੰਧਰ ਦੀ ਅਗਰ ਆਪਾਂ ਗੱਲ ਕਰੀਏ, ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਜਿਹੜੀ ਜ਼ਿੰਦਗੀ ਹੈ ਉਹ ਪਟੜੀ ਤੇ ਵਾਪਸ ਆਣੀ ਕਿਤੇ ਨਾ ਕਿਤੇ ਸ਼ੁਰੂ ਜ਼ਰੂਰ ਹੋ ਚੁੱਕੀ ਹੈ। ਪਰ ਜਿਹੜਾ ਲੋਕਡਾਊਨ ਦਾ ਟਾਈਮ ਲੰਘਿਆ ਜਾਂ ਗੱਲ ਕਰੀਏ ਪੰਜਾਬ ਦੇ ਵਿੱਚ ਕਰਫਿਊ ਦਾ ਟਾਈਮ ਲੰਘਿਆ, ਉਸ ਟਾਈਮ ਦੇ ਦੌਰਾਨ ਹੈਲਥ ਜਿਹੜੀ ਇੰਡਸਟਰੀ ਹੈ ਉਸ ਨੂੰ ਕਾਫੀ ਜ਼ਿਆਦਾ ਜਿਹੜਾ ਹੈ ਪ੍ਰੋਬਲਮਸ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਜੇਕਰ ਗੱਲ ਕਰੀਏ ਤਾਂ ਇਸ ਹੈਲਥ ਇੰਡਸਟਰੀ ਨੂੰ ਕਿਤੇ ਨਾ ਕਿਤੇ ਡਾਇਰੈਕਟਲੀ ਪਬਲਿਕ ਦੇ ਨਾਲ ਕੰਟੈਕਟ ਦੇ ਵਿੱਚ ਆਉਣਾ ਹੀ ਪੈਂਦਾ ਸੀ ਤੇ ਉਹਨਾਂ ਦੇ ਵਿੱਚ ਇੱਕ ਡਰ ਵੀ ਬਹੁਤ ਜ਼ਿਆਦਾ ਸੀ ਕਿ ਜਿਹੜੇ ਕਰੋਨਾ ਵਾਇਰਸ ਪੇਸ਼ੈਂਟ ਆ ਉਹ ਕਿਸੇ ਤਰੀਕੇ ਕਿਸੇ ਹਸਪੀਟਲ ਦੇ ਵਿੱਚ ਨਾ ਪਹੁੰਚ ਜਾਣ, ਤਾਂ ਕਿ ਜਿਹੜੇ ਹੋਰ ਉੱਥੇ ਲੋਕ ਆਪਣਾ ਚੈੱਕਅਪ ਕਰਵਾਉਣ ਆ ਰਹੇ ਸਨ ਉਹਨਾਂ ਤੱਕ ਇਹ ਬਿਮਾਰੀ ਨਾ ਪਹੁੰਚੇ ਤੇ ਇਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ, ਜਿਸ ਦੀਆਂ ਕੁਝ ਗਾਈਡਲਾਈਨਸ ਵੀ ਜਿਹੜੀਆਂ ਨੇ ਉਹ ਮੈਡੀਕਲ ਇੰਡਸਟਰੀ ਵੱਲੋਂ ਜਿਹੜੀਆਂ ਹੈ ਉਹ ਹੈਲਥ ਕੇਅਰ ਇੰਡਸਟਰੀ ਵੱਲੋਂ ਜਾਰੀ ਕੀਤੀਆਂ ਗਈਆਂ ਸਨ। ਪਰ ਇਸ ਲੋਕਡਾਊਨ ਦੇ ਦੌਰਾਨ ਕੀ ਪ੍ਰੋਬਲਮਸ ਆਈਆਂ, ਇਸ ਕਰਫਿਊ ਦੇ ਦੌਰਾਨ ਪਿਛਲੇ ਦਿਨਾਂ ਕੀ ਪ੍ਰੋਬਲਮਸ ਆਈਆਂ ਮੈਡੀਕਲ ਇੰਡਸਟਰੀ ਨੂੰ, ਇਸ ਬਾਰੇ 'ਚ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਨੇ ਅਗਰਵਾਲ ਹਸਪੀਟਲ ਤੋਂ ਡਾਕਟਰ ਮਨੀਸ਼ ਅਗਰਵਾਲ ਤੇ ਨਾਲ ਹੀ ਨਾਲ ਉਹਨਾਂ ਦੀ ਵਾਈਫ ਡਾਕਟਰ ਸੁਰੂਚੀ ਅਗਰਵਾਲ। ਆਓ ਅਸੀਂ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਕਿ ਕਿਸ ਤਰੀਕੇ ਦੀ ਜਿਹੜੀਆਂ ਪ੍ਰੋਬਲਮਸ ਹੈ ਇਹਨਾਂ ਨੂੰ ਡਿਊਰਿੰਗ ਦ ਲੋਕਡਾਊਨ ਜਾਂ ਡਿਊਰਿੰਗ ਦ ਕਰਫਿਊ ਜਿਹੜੀਆਂ ਫੇਸ ਕਰਨੀਆਂ ਪਈਆਂ ਸਨ। ਬਹੁਤ ਬਹੁਤ ਸਵਾਗਤ ਹੈ ਡਾਕਟਰ ਮਨੀਸ਼ ਤੁਹਾਡਾ ਦੈਨਿਕ ਸਵੇਰਾ ਟੀਵੀ ਦੇ ਉੱਤੇ। ਮੇਰਾ ਸਭ ਤੋਂ ਪਹਿਲਾ ਸਵਾਲ ਇਹੀ ਆਉਂਦਾ ਕਿ ਜਦੋਂ ਕਰੋਨਾ ਵਾਇਰਸ ਦਾ ਫੈਲਾਅ ਸ਼ੁਰੂ ਹੋਇਆ ਸੀ, ਹਰ ਇੱਕ ਡਾਕਟਰ ਨੂੰ, ਕਿਉਂਕਿ ਸਿਵਲ ਹਸਪੀਟਲ ਦੇ ਵਿੱਚ ਤਾਂ ਇਹਨਾਂ ਨੂੰ ਟੈਸਟ ਕਰਨ ਦੀ ਸਰਵਿਸਿਜ਼ ਅਵੇਲੇਬਲ ਸੀਗੀਆਂ, ਪਰ ਜੇਕਰ ਗੱਲ ਕਰੀਏ ਨੋਰਮਲ ਹਸਪੀਟਲਸ ਦੀਆਂ ਉਹਨਾਂ ਤੱਕ ਇਹ ਸਰਵਿਸਿਜ਼ ਨਹੀਂ ਪਹੁੰਚ ਪਈਆਂ ਸਨ ਤੇ ਕਿਸ ਹਿਸਾਬ ਦਾ ਜਿਹੜਾ ਡਰ ਸੀ ਕਰੋਨਾ ਵਾਇਰਸ ਦੇ ਪੇਸ਼ੈਂਟਸ ਦਾ ਤੁਹਾਡੇ ਹਸਪੀਟਲ 'ਚ ਆਉਣ 'ਚ ਲੱਗਿਆ ਹੋਇਆ ਸੀ ਤੇ ਉਸ ਦੌਰਾਨ ਤੁਸੀਂ ਆਪਣੀ OPDs ਨੂੰ ਜਾਰੀ ਰੱਖਿਆ ਸੀ ਕਿ ਨਹੀਂ, ਕਿਉਂਕਿ ਲੋਕਾਂ ਦਾ ਇਹ ਵੀ ਇਲਜ਼ਾਮ ਸੀਗਾ ਡਾਕਟਰਸ ਦੇ ਉੱਤੇ ਕਿ ਇਹਨਾਂ ਨੇ OPDs ਨਹੀਂ ਕੀਤੀਆਂ। थैंक यू। पहले मैं कहना चाहूँगा कि जो करोना का टाइम से रियली इट वॉज अ वेरी बैड टाइम फॉर ऑल ऑफ अस, स्पैशली फॉर जी अपनी हैल्थ इंडस्ट्री हैगी है तो मैडिकल इंडस्ट्री है। इस दौरान कई पेशेंट साढ़े को आते सी, मैडिकल साइंस कहती सी कि पेशेंट्स को मोस्टली बुखार, गला, खांसी, रेशे वाली प्रॉब्लम होंदी है, बट बड़े कोरोना पेशेंट ऐसे है जिन्होंने कोई सिम्पटम नहीं होता। सो साढ़े ईवन डॉक्टर्स को बड़ा ये चीज़ की बड़ी डर सी कि कोई पेशेंट जो साढ़े को आंदा है ईवन उन्होंने कोई सिम्पटम नहीं भी है फिर भी वो कोरोना का हो सकता है। फिर इस चीज़ करके बड़े डॉक्टर्स ने अपनी प्राइवेट OPDs बंद करती सी, बट मैं कहना चाहूँगा कि बड़े डॉक्टर्स ने प्राइवेट OPDs अपनी ओपन भी रखी सी। फॉर एग्जाम्पल साढ़े अग्रवाल हॉस्पिटल के प्राइवेट OPD असें लगातार जारी रखी है, असें बंद नहीं की, बट कई प्राइवेट हॉस्पिटल्स ने अपनी OPDs बंद की सी तो एमरजेंसीज ओपन रखियाँ सी। इस दौरान क्योंकि करफ्यू लग गया सी, पेशेंट्स को बड़ा डर सी, पेशेंट्स घरों बाहर नहीं निकलते सी, ईवन उन्होंने पेशेंट्स के मन च ये डर होंदा सी कि भी जिस अस्से सानू करोना नहीं भी हैगा, आप जो हॉस्पिटल जावांगे उत्थे कोई ना कोई करोना का पेशेंट होएगा, सानू करोना हो जाएगा। इस चीज़ करके पेशेंट्स हॉस्पिटल उन्होंने जाना बंद करता। साढ़े कोल ऑलमोस्ट साड़ी जी OPD सी वो ऑलमोस्ट 10 to 20% रह गई सी, जिहदे करके हॉस्पिटल की जी अर्निंग्स है वो ड्रास्टिकली डाउन चली गई सी। तो बट साढ़े जिहड़े स्टाफ मैंबर सी, क्योंकि साड़ी रिस्पोंसिबिलिटी है कि आप उन्होंने टेक केयर है असें आप करनी है, असें अपने स्टाफ मैंबर की सैलरीज एज सच सब नूं पूरियां दित्तियां ताकि उन्होंने कोई भी इस टाइम दे विच मुश्किल ना कोई सामना करना पे। तो जिथे तक करोना पेशेंट्स की गल हैगी है, साढ़े स्पैशली साढ़े इस अग्रवाल हॉस्पिटल काफ़ी असें प्रिकॉशनस रखी हैं ताकि किसी पेशेंट तो आम डॉक्टर्स नूं स्टाफ नूं या डॉक्टर या स्टाफ नूं तो किसी होर पेशेंट नूं जिहड़ा बाहरों आया जिन्होंने नहीं है उन्होंने इन्फेक्शन ना हो सके। ਉਹਦੇ ਲਈ ਸਾਡੇ ਵਾਸਤੇ ਆਪਣੇ ਹਸਪੀਟਲ ਵਿੱਚ ਡਿਫਰੈਂਟ ਪ੍ਰੀਕਾਸ਼ਨਸ ਰੱਖੀਆਂ। ਫੋਰ ਐਗਜ਼ਾਮਪਲ ਜਿਹੜਾ ਸਾਡਾ ਮੇਨ ਐਂਟਰੀ ਗੇਟ ਹੈ ਉਸ ਜਗ੍ਹਾ 'ਤੇ ਅਸੀਂ ਇੱਕ ਸਟਾਫ ਨਰਸ ਬਿਠਾਈ ਹੈ ਜਿਹੜੀ ਸਪੈਸ਼ਲੀ ਪੇਸ਼ੈਂਟ ਨੂੰ ਟੈਂਪਰੇਚਰ ਸਕਰੀਨਿੰਗ ਕਰਦੀ ਹੈ, ਉਹਨਾਂ ਦੀ ਪ੍ਰੋਪਰ ਹਿਸਟਰੀ ਲੈਂਦੀ ਹੈ, ਕੋਈ ਬੁਖਾਰ ਦੀ, ਗਲਾ ਖਾਂਸੀ, ਰੇਸ਼ੇ ਦੀ, ਕੋਈ ਫੋਰਨ ਟਰੈਵਲ ਹਿਸਟਰੀ ਦੀ, ਕੋਈ ਕੰਟੈਕਟ ਕਿਸੇ ਪੇਸ਼ੈਂਟ ਨੂੰ ਜਿਹੜਾ ਪੋਜ਼ੀਟਿਵ ਪੇਸ਼ੈਂਟ ਹੈ ਇਸ ਦੀ ਕੋਈ ਵੀ ਪੇਸ਼ੈਂਟ ਜੇ ਕੋਈ ਸਸਪੈਕਟਡ ਪੇਸ਼ੈਂਟ ਸਾਨੂੰ ਬਾਹਰ ਐਂਟਰੀ ਗੇਟ 'ਤੇ ਮਿਲਦਾ ਸੀ ਉਹਨੂੰ ਡਾਇਰੈਕਟਲੀ ਸਿਵਲ ਹਸਪੀਟਲ ਦੇ ਵਿੱਚ ਰੈਫਰ ਕਰ ਦਿੰਦੇ ਹਾਂ ਤੇ और कोशिश करने कि इस तरह का कोई पेशेंट हॉस्पिटल की प्रमिसिस के अंदर एंटर ना करे, बिकॉज तुसीं जिस तरह दस्सिया कि ऑलरेडी साडे कोल कोई डायगनोस्टिक फैसिलिटी कोरोना पेशेंट की हॉस्पिटल में अवेलेबल नहीं है। सो आप ये ट्राई करते हैं कि पेशेंट्स जो इस तरह का कोई पेशेंट हॉस्पिटल की प्रमिसिस ना आए। तो वो बाद जो पेशेंट एंटर करता है दैन ही गोज़ टू अवर रिसैप्शन भी जो स्टाफ है वो अगेन कई हिस्टरी जी कोई पेंडिंग जो नहीं पुछ पाए बाहर तो पूछते हैं, जो कोई पेशेंट का कोई भी सस्पैक्टेड हो पेशेंट आप जो है सिविल हॉस्पिटल रैफर कर दें।
ਅਸੀਂ ਬੜਾ ਰੱਖਿਆ ਕਿ ਓਪੀਡੀ ਦੇ ਵਿੱਚ ਜੇ 2 ਪੇਸ਼ੈਂਟਸ ਨੇ ਬੈਠਣਾ ਹੈ ਤੇ ਦੇयर ਸ਼ੁੱਡ ਬੀ ਸੋਸ਼ਲ ਡਿਸਟੈਂਸਿੰਗ, ਦੈਟ ਇਜ਼ ਕਿ ਮਿਨੀਮਮ 1 ਮੀਟਰ ਦਾ ਡਿਸਟੈਂਸ ਫਾਸਲਾ 2 ਪੇਸ਼ੈਂਟਸ ਦੇ ਵਿੱਚ ਜ਼ਰੂਰ ਹੋ। ਜੇ ਕਈ ਵਾਰੀ ਪੇਸ਼ੈਂਟਸ ਬਾਹਰ ਓਪੀਡੀ ਜ਼ਿਆਦਾ ਹੁੰਦੇ ਆ ਤਾਂ ਅਸੀਂ ਉਹਨੂੰ ਸਾਡੀ ਓਪੀਡੀ ਸੈਕੰਡ ਫਲੋਰ 'ਤੇ ਹੈ, ਉੱਪਰ ਸ਼ਿਫਟ ਕਰ ਦਿੰਦੇ ਹਾਂ। ਜੇ ਸਾਡੇ ਕੋਲ ਪੇਸ਼ੈਂਟ ਓਪੀਡੀ 'ਚ ਵੀ ਐਂਟਰ ਕਰਦਾ ਹੈ, ਔਰ ਮੈਂ ਜਿਸ ਤਰ੍ਹਾਂ ਤੁਸੀਂ ਦੇਖਿਆ ਮੈਂ ਹੁਣ PPE ਕਿੱਟ ਪਾਈ ਹੋਈ ਹੈ, N95 ਮਾਸਕ, ਕੈਪ, ਗਲਵਸ, ਅਤੇ ਇਸ ਤਰ੍ਹਾਂ ਹੀ ਮੈਂ ਪੇਸ਼ੈਂਟ ਨੂੰ ਦੇਖਦਾ। ਅਤੇ ਅਸੀਂ ਪੇਸ਼ੈਂਟ ਨੂੰ ਸਾਹਮਣੇ ਆਲਮੋਸਟ 1 ਮੀਟਰ ਡਿਸਟੈਂਸ 'ਤੇ ਹੀ ਓਪੀਡੀ 'ਚ ਵੀ ਬਿਠਾਉਂਦੇ ਹਾਂ ਅਤੇ ਕੋਸ਼ਿਸ਼ ਕਰਨੇ ਆ ਕਿ ਪੇਸ਼ੈਂਟਸ ਨੂੰ ਘੱਟ ਤੋਂ ਘੱਟ ਫਿਜ਼ੀਕਲੀ ਕੰਟੈਕਟ ਕਰੀਏ। ਬਟ ਜੇ ਪੇਸ਼ੈਂਟ ਨੂੰ ਤਕਲੀਫ ਜ਼ਿਆਦਾ ਹੈ ਫਿਰ ਅਸੀਂ ਜੇ ਫਿਜ਼ੀਕਲ ਕੰਟੈਕਟ ਪੇਸ਼ੈਂਟ ਨੂੰ ਕਰਦੇ ਵੀ ਅਸੀਂ ਨਾਲ ਹੀ ਨਾਲ ਆਪਣੇ ਹੱਥ ਸੈਨੀਟਾਈਜ਼ ਕਰਦੇ। ਅਤੇ ਜਦੋਂ ਪੇਸ਼ੈਂਟ ਸਾਨੂੰ ਦਿਖਾ ਕੇ ਚਲਾ ਵੀ ਜਾਂਦਾ ਹੈ, ਆਪਾਂ ਚੇਅਰਸ ਈਵਨ ਟੇਬਲ ਦੇ ਉੱਪਰ ਜੇ ਕੋਈ ਰਿਪੋਰਟਸ ਰੱਖੀ ਹੈ ਉਹਨੂੰ ਵੀ ਸੈਨੀਟਾਈਜ਼ ਕਰਦੇ ਹਾਂ। ਅਤੇ ਬਿਕੋਜ਼ ਆਈ ਐਮ ਅ ਗੈਸਟ੍ਰੋਐਂਟਰੋਲੋਜਿਸਟ, ਸਾਨੂੰ ਐਂਡੋਸਕੋਪੀਜ਼ ਵੀ ਕਈ ਐਮਰਜੈਂਸੀਜ਼ ਪੇਸ਼ੈਂਟਸ ਦੀ ਕਰਨੀਆਂ ਪੈਂਦੀਆਂ। ਅਤੇ ਕਿਉਂਕਿ ਤੁਸੀਂ ਸਾਰੇ ਸਮਝਦੇ ਹੋ ਕਿ ਐਂਡੋਸਕੋਪੀ ਦੌਰਾਨ ਪੇਸ਼ੈਂਟ ਨੂੰ ਮੈਕਸਿਮਮ ਪੇਸ਼ੈਂਟ ਖੰਘਦਾ ਹੈ, ਜਿਹਦੇ ਕਰਕੇ ਮੈਕਸਿਮਮ ਇਨਫੈਕਸ਼ਨ ਟਰਾਂਸਮਿਟ ਹੋਣ ਦੇ ਡਾਕਟਰ ਨੂੰ ਰਿਸਕ ਹੁੰਦਾ। ਫਿਰ ਅਸੀਂ ਬੜੀ ਪ੍ਰੋਪਰ ਪ੍ਰੀਕਾਸ਼ਨਸ ਕਿਟ ਆਪਣੀ ਫੇਸ ਸ਼ੀਲਡ ਵੀ ਪਾ ਕੇ ਡੂਰਿੰਗ ਐਂਡੋਸਕੋਪੀ ਆਪਾਂ ਫੇਸ ਸ਼ੀਲਡ ਵੀ ਪਾਉਂਦੇ ਹਾਂ ਅਲੋਂਗ ਵਿਦ N95 ਮਾਸਕ, ਤਾਂ ਕਿ ਸਾਨੂੰ ਕੋਈ ਇਸ ਤਰ੍ਹਾਂ ਦਾ ਰਿਸਕ ਨਾ ਹੋ। ਅਤੇ ਅਸੀਂ ਇੱਕ ਇਹ ਵੀ ਆਪਣਾ ਪ੍ਰੋਟੋਕੋਲ ਬਣਾਇਆ ਕਿ ਜਿਹੜੀ ਰੂਟੀਨ ਐਂਡੋਸਕੋਪੀਜ਼ ਹੈ ਉਹਨੂੰ ਅਸੀਂ ਨਾ ਕਰੀਏ। ਜਿਹੜਾ ਕੋਈ ਸੀਰੀਅਸ ਪੇਸ਼ੈਂਟ ਹੈ, ਜਿਹਨਾਂ ਸਾਡੇ ਕੋਲ ਪੇਸ਼ੈਂਟ ਕਈ ਵਾਰੀ ਖੂਨ ਦੀ ਉਲਟੀਆਂ ਨਾਲ ਆ ਜਾਂਦਾ, ਸਾਨੂੰ ਪਤਾ ਕਿ ਜੇ ਐਂਡੋਸਕੋਪੀ ਨਹੀਂ ਕਰਾਂਗੇ ਇਸ ਪੇਸ਼ੈਂਟ ਦੀ ਮੌਤ ਹੋ ਸਕਦੀ ਹੈ, ਉਹ ਫਿਰ ਸਾਨੂੰ ਜਿਹੜੀ ਐਂਡੋਸਕੋਪੀ ਐਮਰਜੈਂਸੀ ਵਿਦ ਪ੍ਰੋਪਰ ਪ੍ਰੀਕਾਸ਼ਨਸ ਆਪਾਂ ਇਸ ਹਸਪਤਾਲ ਦੇ ਵਿੱਚ ਕੰਡਕਟ ਕਰਦੇ ਹਾਂ ਤਾਂ ਕਿ ਪੇਸ਼ੈਂਟ ਦੀ ਲਾਈਫ ਸੇਵ ਹੋ। ਅਤੇ ਮੈਂ ਇਹ ਕਹੂੰਗਾ ਕਿ ਕਹਿੰਦੇ ਚਾਹੇ ਇੱਕ ਮੁਸੀਬਤ ਹੈ ਜਿਹੜੀ ਆਈ ਹੈ, ਬਟ ਅਲਟੀਮੇਟਲੀ ਆਪਾਂ ਨੂੰ ਇਸ ਟਾਈਮ ਸਾਨੂੰ ਦੇਖ ਕੇ ਇਹ ਲੱਗਦਾ ਹੈ ਕਿ ਇਹ ਥੋੜ੍ਹੀ ਜਿਹੜੀ ਪ੍ਰੋਬਲਮ ਹੈ ਲੰਬੀ ਚੱਲਣ ਵਾਲੀ ਹੈ, ਸਾਨੂੰ ਨਾਲ ਹੀ ਇਹਨੂੰ ਲੈ ਕੇ ਕਰੋਨਾ ਨੂੰ ਜੀਣਾ ਪਊਗਾ। ਅਤੇ ਨੈਕਸਟ ਆਈ ਥਿੰਕ 4-5 ਮਹੀਨੇ 6 ਮਹੀਨੇ ਅਜੇ ਬਿਮਾਰੀ ਨਹੀਂ ਜਾਣ ਵਾਲੀ, ਅਤੇ ਆਪਾਂ ਨੂੰ ਪ੍ਰੀਕਾਸ਼ਨਸ ਇਸ ਤਰ੍ਹਾਂ ਹੀ ਰੱਖਣੀ ਹੈ। ਇਸ ਤਰ੍ਹਾਂ ਹੀ ਆਪਾਂ ਨੂੰ ਆਪਣੀ ਪੇਸ਼ੈਂਟ ਦੀ ਪ੍ਰੀਕਾਸ਼ਨਸ ਰੱਖਣੀ ਹੈ, ਆਪਣੇ ਹਸਪਤਾਲ ਦੀ ਪ੍ਰੀਕਾਸ਼ਨਸ ਰੱਖਣੀ ਹੈ। ਅਤੇ ਈਵਨ ਆਪਣੇ ਜਿਹੜੇ ਸਟਾਫ ਮੈਂਬਰਸ ਹੈ, ਜੇ ਸਾਡੀ ਅਰਨਿੰਗਸ ਘੱਟ ਹੈ ਤਾਂ ਸਾਨੂੰ ਸਾਰੇ ਹਸਪਤਾਲਸ ਨੂੰ, ਓਨਰਸ ਨੂੰ ਆਪਣੇ ਸਟਾਫ ਮੈਂਬਰਸ ਦੀ ਕੇਅਰ ਕਰਨੀ ਚਾਹੀਦੀ ਹੈ। ਡਾਕਟਰ ਮਨੀਸ਼, ਜਿੱਦਾਂ ਤੁਸੀਂ ਐਮਰਜੈਂਸੀ ਪੇਸ਼ੈਂਟਸ ਦੀ ਗੱਲ ਕੀਤੀ ਹੈ, ਮੈਂ ਤੁਹਾਡੇ ਵਾਈਫ ਡਾਕਟਰ ਸੁਰੂਚੀ ਨਾਲ ਜ਼ਰੂਰ ਗੱਲ ਕਰਨਾ ਚਾਹੂੰਗਾ, ਕਿਉਂਕਿ ਡਾਕਟਰ ਸੁਰੂਚੀ ਤੁਸੀਂ ਐਨੈਸਥੈਟਿਕ ਹੋ। ਜਦੋਂ ਵੀ ਕੋਈ ਐਂਡੋਸਕੋਪੀ ਜਾਂ ਕੋਈ ਵੀ ਇੱਦਾਂ ਦਾ ਪ੍ਰੋਸੈਸ ਹੁੰਦਾ, ਉਹਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਕਹਿੰਦੇ ਆ ਪੇਸ਼ੈਂਟ ਦਾ ਟੱਚ ਹੁੰਦਾ ਉਹ ਇੱਕ ਐਨੈਸਥੈਟਿਕ ਦਾ ਹੁੰਦਾ, ਕਿਉਂਕਿ ਐਨੈਸਥੀਸੀਆ ਜਦ ਤੱਕ ਨਹੀਂ ਦਿੱਤਾ ਜਾਏਗਾ ਤੇ ਪੇਸ਼ੈਂਟ ਪੇਨ ਦੇ ਵਿੱਚ ਜਿਹੜੀ ਐਂਡੋਸਕੋਪੀ ਵੀ ਨਹੀਂ ਕਰਵਾ ਸਕਦਾ। ਕੀ ਤੁਹਾਡੇ ਮਨ ਦੇ ਵਿੱਚ ਕਿਸੇ ਤਰੀਕੇ ਦਾ ਡਰ ਰਹਿੰਦਾ ਸੀ ਉਸ ਟਾਈਮ ਤੇ ਕਿ ਹਾਂ ਵੀ ਹੁਣ ਇੱਕ ਐਮਰਜੈਂਸੀ ਪੇਸ਼ੈਂਟ ਆ ਗਿਆ, ਤੁਸੀਂ ਉਹਦਾ ਕਰੋਨਾ ਟੈਸਟ ਵੀ ਨਹੀਂ ਕੀਤਾ, ਸਟਿਲ ਤੁਸੀਂ ਉਹਨੂੰ ਟਰੀਟ ਕਰਨਾ, ਤੁਹਾਡੇ ਮਨ 'ਚ ਕਿਸੇ ਟਾਈਪ ਦਾ ਇਸ ਤਰੀਕੇ ਦਾ ਡਰ ਰਹਿੰਦਾ ਸੀ? ਕਿਉਂਕਿ ਤੁਹਾਡਾ ਜਿਹੜਾ ਪਹਿਲਾ ਫਿਜ਼ੀਕਲ ਕੰਟੈਕਟ ਹੈ ਉਹ ਡੈਫੀਨੇਟਲੀ ਇੱਕ ਪੇਸ਼ੈਂਟ ਨਾਲ ਜ਼ਰੂਰ ਹੁੰਦਾ ਕਿਸੇ ਵੀ ਪ੍ਰੋਸੀਜਰ ਤੋਂ ਪਹਿਲਾਂ। ਦੇਖੋ, ਜਿਹੜਾ ਟਾਈਮ ਚੱਲ ਰਿਹਾ ਹੈ, ਜਿਹੜਾ ਪੇਸ਼ੈਂਟ ਅੱਜ ਕੱਲ੍ਹ ਏਸਿਮਟੋਮੈਟਿਕ ਆ ਰਹੇ ਆ, ਔਰ ਥੋੜ੍ਹੇ ਬਹੁਤ ਅੱਜ ਕੱਲ੍ਹ ਜਿਹੜੇ ਪੇਸ਼ੈਂਟਸ ਹਾਈਡ ਵੀ ਕਰਨਾ ਸ਼ੁਰੂ ਹੋ ਗਏ ਆਪਣੀ ਟਰੈਵਲ ਹਿਸਟਰੀ ਐਂਡ ਐਵਰੀਥਿੰਗ, ਹੈ ਨਾ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵਾ ਅਗਰ ਅਸੀਂ ਦੱਸਾਂਗੇ ਸਾਨੂੰ ਕੇਅਰ ਨਹੀਂ ਮਿਲੇਗੀ, ਟ੍ਰੀਟਮੈਂਟ ਨਹੀਂ ਮਿਲੇਗੀ। ਇਸ ਕਰਕੇ ਐਜ਼ ਅ ਹਿਊਮਨ ਬੀਇੰਗ ਡਰ ਤਾਂ ਇਹ ਰਹਿੰਦਾ ਹੀ ਹੈ, ਹਮੇਸ਼ਾ ਹੀ ਰਹਿੰਦਾ ਵਾ। ਬਟ ਕਿਉਂਕਿ ਬੀਇੰਗ ਡਾਕਟਰ ਹੈ, ਸਾਡੀ ਡਿਊਟੀ ਵੀ ਹੈ, ਅਸੀਂ ਇਸ ਡਰ ਦੇ ਨਾਲ ਚੱਲ ਕੇ ਪ੍ਰੀਕਾਸ਼ਨਸ ਦੇ ਨਾਲ ਹੀ ਅਸੀਂ ਚੱਲੇ ਹਾਂ ਕਿ ਜਦੋਂ ਵੀ ਸਾਡੇ ਕੋਲ ਪੇਸ਼ੈਂਟ ਐਮਰਜੈਂਸੀ 'ਚ ਆਉਂਦਾ ਸੀਗਾ, ਸਭ ਤੋਂ ਪਹਿਲਾਂ ਅਸੀਂ ਪੇਸ਼ੈਂਟ ਦੀ ਹਿਸਟਰੀ ਜਿੰਨਾ ਕੋ ਦੱਸਦਾ ਸੀਗਾ ਪ੍ਰੋਪਰਲੀ 1-2 ਸਟੇਸ਼ਨਸ 'ਤੇ ਅਸੀਂ ਪਹਿਲਾਂ ਪੁੱਛਦੀ ਉਹਨਾਂ ਕੋਲ। ਉਸ ਤੋਂ ਬਾਅਦ ਦੂਸਰਾ ਹੈਗਾ ਕਿ ਜਦੋਂ ਪੇਸ਼ੈਂਟ ਸਾਡੇ ਕੋਲ ਪਹੁੰਚ ਗਿਆ ਅਸੀਂ ਉਹਨਾਂ ਨੂੰ ਕਰਨਾ ਮੈਂ, ਅਤੇ ਅਸੀਂ ਸਭ ਤੋਂ ਪਹਿਲਾਂ ਪੇਸ਼ੈਂਟ ਨੂੰ ਵੀ ਮਾਸਕ ਪਹਿਨਾਉਣਾ ਔਰ ਆਪਣੀ ਸੇਫਟੀ ਪ੍ਰੀਕਾਸ਼ਨਸ ਪਹਿਲਾਂ ਲਈਦੀਆਂ ਸੀਗਾ, ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਹੀ ਹੈਗਾ ਵੈ, PPE ਪਾਣੀ ਹੈ, ਫੇਸ ਮਾਸਕ, ਗਲਵਜ਼, ਐਂਡ ਅਪਾਰਟ ਫਰੋਮ ਦੈਟ ਜਿਹੜਾ ਮੇਨ ਪਾਰਟ ਹੈ ਫੇਸ ਸ਼ੀਲਡ। ਅਸੀਂ ਫੇਸ ਸ਼ੀਲਡ ਵੀ ਜ਼ਰੂਰ ਪਾਉਂਦੇ ਹਾਂ ਕਿਉਂਕਿ ਸਾਡਾ ਪੇਸ਼ੈਂਟ ਦਾ ਹੈੱਡ ਸਾਈਡ 'ਤੇ ਕੰਮ ਹੈ ਐਨਸਥੈਟਿਸ ਦਾ, ਅਤੇ ਇਸ ਕਰਕੇ ਅਸੀਂ ਫੇਸ ਸ਼ੀਲਡਸ ਵੀ ਪਾ ਕੇ ਰੱਖੀ ਦੀਆਂ ਸੀਗੀਆਂ। ਬਾਕੀ ਜਿੱਦਾਂ ਐਂਡੋਸਕੋਪੀ ਵਿੱਚ ਪੇਸ਼ੈਂਟ ਦਾ ਪ੍ਰੋਸੀਜਰ ਕਰੀਦਾ ਸੀ, ਸਿਡੇਸ਼ਨ ਦੇਣੀ ਹੈ, ਅਤੇ ਉਹਦੇ ਵਿੱਚ ਅਸੀਂ ਇੱਕ ਨਵਾਂ ਸਿਸਟਮ ਸ਼ੁਰੂ ਕੀਤਾ ਸੀਗਾ ਜਿਹੜੀ ਗਾਈਡਲਾਈਨਸ ਵਿੱਚ ਕਿ ਟਰਾਂਸਪੇਰੈਂਟ ਸ਼ੀਟ ਪਾ ਕੇ, ਮਾਊਥ ਗਾਰਡ ਪਾ ਕੇ ਮਾਊਥ ਵਿੱਚ, ਫਿਰ ਟਰਾਂਸਪੇਰੈਂਟ ਸ਼ੀਟ ਪਾਈ ਦੀ ਸੀ, ਟਰਾਂਸਪੇਰੈਂਟ ਸ਼ੀਟ ਦੇ ਵਿੱਚ ਨਿੱਕ ਕਰਕੇ ਉਹਦੇ ਵਿੱਚੋਂ ਸਕੋਪ ਪਾਈਦਾ ਸੀਗਾ, ਤਾਂ ਕਿ ਜਿਹੜੇ ਪੇਸ਼ੈਂਟ ਦੀ ਸਿਕਰੀਸ਼ਨਸ ਹੈ, ਕਫਿੰਗ ਜਿਹੜੀ ਏਰੋਸੋਲ ਜਨਰੇਸ਼ਨ ਹੈ, ਉਹ ਸ਼ੀਟ ਦੇ ਨੀਚੇ ਰਹੇ, ਜਿਹੜਾ ਵਰਕਿੰਗ ਸਟਾਫ ਹੈ, ਡਾਕਟਰਸ ਹੈ, ਉਹਨਾਂ ਉੱਪਰ ਸਪਿਲ ਨਾ ਕਰੇ। ਬਸ ਇਹੀ ਚੀਜ਼ ਇਹੀ ਇੰਪੋਰਟੈਂਟ ਹੈਗਾ ਵਾ। ਬਾਕੀ ਜੇ ਅਸੀਂ ਇੰਟੂਬੇਸ਼ਨ ਕਰਦੇ ਹਾਂ ਐਨਸਥੀਸੀਆ ਵਿੱਚ, ਉਹਦੇ ਵਿੱਚ ਵੀ ਸਾਡੀ ਇਹੀ ਪ੍ਰੀਕਾਸ਼ਨਸ ਰਹਿੰਦੀਆਂ ਵੈ ਕਿ ਜਿਹੜੀ ਪੇਸ਼ੈਂਟ ਦੀ ਬਰੀਥਿੰਗ ਹੈ ਉਹਦੇ ਲਈ ਆਪਾਂ ਕਵਰ ਕਰੀਏ ਪੇਸ਼ੈਂਟ ਦੇ ਫੇਸ ਤੇ ਐਨਸਥੈਟਿਸ ਜਾਂ ਵਰਕਿੰਗ ਸਟਾਫ ਦੇ ਫੇਸ ਨੂੰ ਇੱਕ ਸੈਪਰੇਟ ਕਰਨਾ ਹੈ ਇੱਕ ਸ਼ੀਲਡ ਦੇ ਕੇ, ਅਤੇ ਉਹਦੇ ਲਈ ਅਸੀਂ ਟਰਾਂਸਪੇਰੈਂਟ ਸ਼ੀਟਸ ਹੀ ਸਪੈਸ਼ਲ ਬਣਵਾਈਆਂ ਹੋਈਆਂ ਵੈ। ਉਹਦੇ ਵਿੱਚੋਂ ਹੀ ਅਸੀਂ ਹੈਂਡਸ ਡਾਲ ਕੇ ਲੈਰਿੰਗੋਸਕੋਪੀ ਕਰਕੇ ਟਿਊਬਸ ਪਾਉਂਦੇ ਸੀਗੇ, ਜਦੋਂ ਐਕਸਟੂਬੇਸ਼ਨ ਕਰਨੀ ਹੈ ਉਦੋਂ ਵੀ ਇੱਦਾਂ ਹੀ ਕਰਦੇ ਸੀਗੇ। ਉਸ ਤੋਂ ਬਾਅਦ ਜਦੋਂ ਪੇਸ਼ੈਂਟ ਚਲਾ ਜਾਂਦਾ ਵੈ ਸਰਜਰੀ ਕਰਾ ਕੇ, ਉਸ ਤੋਂ ਬਾਅਦ ਪ੍ਰੋਪਰ ਉਹਦੀ OT ਦੀ ਫੋਗਿੰਗ ਕਰਨੀ, 1-2 ਦਿਨ ਲਈ ਉਸ OT ਵਿੱਚ ਕੋਈ ਕੇਸ ਨਹੀਂ ਕਰਨਾ ਤਾਂ ਕਿ ਪ੍ਰੋਪਰ ਉਹਦੀ ਸਾਰੀ ਸਟਰਲਾਈਜੇਸ਼ਨ ਹੋ ਜਾਏ। ਬਾਕੀ ਸੋਡੀਅਮ ਹਾਈਪੋਕਲੋਰਾਈਡ ਨਾਲ ਸਭ ਕੁਝ ਅਸੀਂ ਕਲੀਨ ਕਰਵਾਈਦਾ ਹੈਗਾ ਵੈ। ਬਸ ਇਹੀ ਅਸੀਂ ਪ੍ਰੀਕਾਸ਼ਨਸ ਲਈਦੀਆਂ ਵੈ। ਡਾਕਟਰ ਮਨੀਸ਼, ਮੇਰਾ ਹੁਣ ਅਗਲਾ ਸਵਾਲ ਤੁਹਾਡੇ ਨਾਲ ਇਹ ਪੈਂਦਾ ਕਿ ਬਹੁਤ ਸਾਰੇ ਡਾਕਟਰਸ ਉੱਤੇ ਜਿਹੜਾ ਹੈ ਇੱਕ
ਇੱਕ ਐਲੀਗੇਸ਼ਨ ਵੀ ਲਗਾਇਆ ਗਿਆ ਕਿ ਓਪੀਡੀਜ਼ ਜਿਹੜੀਆਂ ਨੇ ਉਹ ਨਹੀਂ ਹੋਈਆਂ ਬਹੁਤ ਸਾਰੇ ਡਾਕਟਰਸ ਨੂੰ, ਕਿਉਂਕਿ ਤੁਸੀਂ ਹੁਣੇ ਵੀ ਮੈਂਸ਼ਨ ਕੀਤਾ ਕਿ ਤੁਸੀਂ ਓਪੀਡੀਜ਼ ਜਾਰੀ ਰੱਖੀਆਂ ਸਨ, ਪਰ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਕਿ ਓਪੀਡੀਜ਼ ਬਹੁਤ ਸਾਰੇ ਡਾਕਟਰਸ ਨੇ ਨਹੀਂ ਕੀਤੀਆਂ। ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਮੈਂ ਕਹਿਣਾ ਚਾਹੂੰਗਾ ਕਿ ਇਹ ਕਾਫੀ ਨਿਊਜ਼ 'ਚ ਵੀ ਆਇਆ ਸੀ, ਨਿਊਜ਼ਪੇਪਰਸ, ਟੀਵੀ ਚੈਨਲ ਸਰ ਦੇ ਵਿੱਚ, ਕਿ ਬੜੇ ਡਾਕਟਰਸ ਨੇ ਇੱਕ ਆਪਣੀ ਪ੍ਰਾਈਵੇਟ ਓਪੀਡੀਜ਼ ਬੰਦ ਕੀਤੀ ਹੈ। ਇਨਫੈਕਟ ਆ ਗੱਲ ਆਪਣੇ ਸੀਐਮ ਸਾਹਿਬ ਕੋਲ ਵੀ ਗਈ ਸੀ, ਉਹਨਾਂ ਨੇ ਵੀ ਇਸ ਗੱਲ ਨੂੰ ਕਾਫੀ ਗਲਤ ਤਰੀਕੇ ਨਾਲ ਲਿਆ ਸੀ। ਉਹ ਕਹਿੰਦੇ ਡਾਕਟਰਸ ਨੂੰ ਸਭ ਨੂੰ ਪ੍ਰਾਈਵੇਟ ਓਪੀਡੀਜ਼ ਆਪਣੀ ਕਰਨੀ ਚਾਹੀਦੀਆਂ, ਕਿਉਂਕਿ ਜਿਹੜਾ ਟਾਈਮ ਹੈ ਇਹਦੇ ਵਿੱਚ ਡਾਕਟਰਸ ਭੱਜ ਨਹੀਂ ਸਕਦੇ। ਤੇ ਐਕਚੁਅਲ ਦੇ ਵਿੱਚ ਇਹ ਚੀਜ਼ ਟਰੂ ਹੈ। ਉਹਦਾ ਰੀਜ਼ਨ ਇਹ ਸੀ ਕਿ ਬਿਕੋਜ਼ ਡਾਕਟਰਸ ਬਹੁਤ ਜ਼ਿਆਦਾ ਡਰ ਗਏ ਸੀ, ਉਹਨਾਂ ਨੂੰ ਪਤਾ ਸੀ ਪੇਸ਼ੈਂਟਸ ਦੇ ਕਈ ਵਾਰੀ ਸਿੰਪਟਮਸ ਵੀ ਨਹੀਂ ਹੁੰਦੇ, ਉਹ ਡਿਟੈਕਟ ਹੀ ਨਹੀਂ ਕਰ ਸਕਦੇ ਕਿਹੜਾ ਪੇਸ਼ੈਂਟ ਕਰੋਨਾ ਹੈ ਕਿਹੜਾ ਨਹੀਂ ਹੈ। ਸੋ ਔਰ ਉੱਪਰ ਉਹਨੂੰ ਹਰ ਡਾਕਟਰ ਨੂੰ ਇਹ ਡਰ ਹੈ ਕਿ ਵੀ ਜੇ ਉਹਨੂੰ ਹੋਇਆ ਤਾਂ ਉਹਦੀ ਸਾਰੀ ਫੈਮਿਲੀ ਮੈਂਬਰਸ ਵੀ ਸਾਰੇ ਇਨਵੋਲਵ ਹੋ ਜਾਣਗੇ। ਬਟ ਐਕਚੁਅਲ ਦੇ ਵਿੱਚ ਮੈਨੂੰ ਪੁੱਛੋਗੇ ਮਤਲਬ ਆਲਮੋਸਟ 50 to 50% ਪੇਸ਼ੈਂਟ 50% ਡਾਕਟਰਸ ਨੇ ਆਪਣੀ ਓਪੀਡੀਜ਼ ਓਪਨ ਵੀ ਰੱਖੀਆਂ ਜਿੰਨਾ ਇਸ ਤਰ੍ਹਾਂ ਰੱਖੀਆਂ, 50% ਡਾਕਟਰਸ ਨੇ ਬੰਦ ਕੀਤੀਆਂ ਸੀ। ਬਟ ਉਹ ਡਾਕਟਰਸ ਦਾ ਕਹਿਣਾ ਇਹ ਸੀ ਕਿ ਅਸੀਂ ਸਿਰਫ ਰੂਟੀਨ ਓਪੀਡੀਜ਼ ਬੰਦ ਕੀਤੀਆਂ, ਅਸੀਂ ਐਮਰਜੈਂਸੀਜ਼ ਨਹੀਂ ਬੰਦ ਕੀਤੀਆਂ। ਅਸੀਂ ਐਮਰਜੈਂਸੀਜ਼ ਤਾਂ ਕਿ ਕਿਸੇ ਪੇਸ਼ੈਂਟ ਨੂੰ ਜਾਣ ਨੂੰ ਰਿਸਕ ਆ ਸੇ ਤਾਂ ਐਟ ਦੈਟ ਟਾਈਮ ਅਸੀਂ ਉਹ ਪੇਸ਼ੈਂਟ ਨੂੰ ਵੀ ਵਿਲ ਟਰੀਟ ਦੈਟ। ਬਟ ਰੂਟੀਨ ਜਿਹੜੇ ਪੇਸ਼ੈਂਟਸ ਹੁੰਦੇ ਜਿਨ੍ਹਾਂ ਨੂੰ ਕੋਈ ਪ੍ਰੋਬਲਮਸ ਨਹੀਂ, ਜਿਨ੍ਹਾਂ ਨੇ ਆਪਣੀ ਸਿਰਫ ਦਵਾਈਆਂ ਰਿਪੀਟ ਕਰਨੀ ਹੈ, ਉਹਨੂੰ ਅਸੀਂ ਚਾਹੁੰਦੇ ਹਾਂ ਕਿ ਉਹ ਪੇਸ਼ੈਂਟਸ ਹੌਸਪੀਟਲ ਦੇ ਵਿੱਚ ਨਾ ਆਉਣ, ਤੇ ਅਸੀਂ ਨਾ ਦੇਖੀਏ। ਬਿਕੋਜ਼ ਡਾਕਟਰਸ ਦਾ ਤਰਕ ਇਹ ਸੀ ਕਿ ਵੀ ਜੇ ਪੇਸ਼ੈਂਟਸ ਹੌਸਪੀਟਲ ਜ਼ਿਆਦਾ ਆਉਣਗੇ ਰੂਟੀਨ ਓਪੀਡੀਜ਼ ਵਾਲੇ ਵੀ, ਤੇ ਉਹਨਾਂ ਨੂੰ ਆਪਸ ਦੇ ਵਿੱਚ ਕਿਉਂਕਿ ਇਕੱਠੇ ਹੋ ਕੇ ਬਹਿੰਦੇ ਆ ਤੇ ਸੋਸ਼ਲ ਡਿਸਟੈਂਸਿੰਗ ਨਹੀਂ ਰਹਿੰਦੀ, ਤੇ ਉਹਨਾਂ ਆਪਸ ਦੇ ਵਿੱਚ ਵੀ ਇਨਫੈਕਸ਼ਨ ਹੋਣ ਦਾ ਰਿਸਕ ਹੈਗਾ। ਬਟ ਐਮਰਜੈਂਸੀਜ਼ ਅਸੀਂ ਓਪਨ ਰੱਖੀਆਂ, ਡਾਕਟਰਸ ਦਾ ਇਹ ਕਹਿਣਾ ਸੀ। ਬਟ ਐਕਚੁਅਲ ਦੇ ਵਿੱਚ ਕਈ ਡਾਕਟਰਸ ਨੇ ਰੂਟੀਨ ਓਪੀਡੀਜ਼ ਈਵਨ ਐਮਰਜੈਂਸੀਜ਼ ਵੀ ਬੰਦ ਕੀਤੀਆਂ ਸੀ, ਸਪੈਸ਼ਲੀ ਆਈ ਡਿਪਾਰਟਮੈਂਟ ਜਾਂ ਕਿਸੇ ਹੋਰ ਦੇ ਵਿੱਚ। ਬਟ ਮੈਂ ਕਹਿਣਾ ਚਾਹੂੰਗਾ ਕਿ ਹੁਣ ਐਟ ਪ੍ਰੈਜ਼ੈਂਟ ਆਲਮੋਸਟ ਮੈਜੋਰਟੀ ਆਫ ਦਾ ਜਲੰਧਰ ਦੇ ਵਿੱਚ ਆਲਮੋਸਟ ਸਾਰੇ ਡਾਕਟਰਸ ਆਪਣੀ ਪ੍ਰਾਈਵੇਟ ਓਪੀਡੀਜ਼ ਕੰਡਕਟ ਕਰਦੇ ਪਏ ਹੈ ਵਿਦ ਡਿਊ ਪ੍ਰੀਕਾਸ਼ਨਸ, ਐਂਡ ਜਿਹੜਾ ਉਹਨਾਂ ਨੂੰ ਪੇਸ਼ੈਂਟ ਸਸਪੈਕਟਡ ਲੱਗਦਾ ਹੈ ਉਹ ਉਹਨਾਂ ਨੂੰ ਸਿਵਲ ਹਸਪੀਟਲ ਰੈਫਰ ਕਰ ਦਿੰਦੇ ਆ। ਤੇ ਜਿਹੜੇ ਤੁਸੀਂ ਗੱਲ ਕੀਤੀ ਕਿ ਜਿਹੜੇ ਬਹੁਤ ਸਾਰੇ ਰੈਗੂਲਰ ਓਪੀਡੀ ਪੇਸ਼ੈਂਟਸ ਵੀ ਤੁਹਾਡੇ ਕੋਲ ਆਉਂਦੇ ਸਨ, ਜੇ ਆਪਾਂ ਉਹਨਾਂ ਦੀ ਗੱਲ ਕਰੀਏ, ਜਿਹੜੇ ਤੁਸੀਂ ਕਿਹਾ ਕਿ ਆਪਾਂ ਪੇਸ਼ੈਂਟ ਕਾਊਂਟ ਵੀ ਘਟਾਤਾ, ਰੈਗੂਲਰ ਓਪੀਡੀਜ਼ ਵਾਲਿਆਂ ਨੂੰ ਵੀ ਘਟਾਤਾ, ਜੇ ਕਿਸੇ ਨੂੰ ਜ਼ਰੂਰਤ ਪੈਂਦੀ ਸੀ ਤੁਹਾਡੇ ਨਾਲ ਕੰਸਲਟ ਕਰਨ ਦੀ, ਓਪੀਡੀਜ਼ ਤਾਂ ਨਹੀਂ ਆ ਸਕਦਾ ਸੀ, ਪਰ ਤੁਸੀਂ ਕੋਈ ਉਹਦਾ ਹੋਰ ਕੋਈ ਤਰੀਕਾ ਲੱਭਿਆ ਸੀ ਕਿ ਜਿਹਦੇ ਨਾਲ ਤੁਹਾਡੇ ਜਿਹੜੇ ਰੈਗੂਲਰ ਪੇਸ਼ੈਂਟਸ ਉਹ ਜਿਹੜੇ ਡਾਕਟਰ 'ਤੇ ਉਹ ਭਰੋਸਾ ਕਰਦੇ ਨੇ, ਉਹਨਾਂ ਕੋਲ ਦਵਾਈਆਂ ਲੈ ਰਹੇ ਨੇ, ਉਹ ਕਿਸੇ ਤਰੀਕੇ ਉਹਨਾਂ ਦੇ ਇਨ ਟੱਚ ਰਹਿਣ? ਬੇਸਿਕਲੀ ਕਿਉਂਕਿ ਬੜੇ ਪੇਸ਼ੈਂਟਸ ਈਵਨ ਜੇ ਸਪੋਜ਼ ਆਪਾਂ ਓਪੀਡੀ ਖੋਲ੍ਹੀ ਹੈ, ਬਟ ਪੇਸ਼ੈਂਟ ਖੁਦ ਕਹਿੰਦੇ ਕਿ ਡਾਕਟਰ ਸਾਹਿਬ ਅਸੀਂ ਓਪੀਡੀ ਨਹੀਂ ਆਉਣਾ, ਸਾਨੂੰ ਤੁਸੀਂ ਇਨਫੈਕਟ ਐਂ ਦਵਾਈ ਦੱਸੋ। ਫਿਰ ਅਸੀਂ WhatsApp ਜਾਂ Facebook ਜਾਂ ਆਪਣੇ ਉਹਦੇ ਵਿੱਚ ਸਪੈਸ਼ਲ ਨੰਬਰਸ ਦਿੱਤੇ ਸੀ, ਐਮਰਜੈਂਸੀ ਹੈਲਪਲਾਈਨ ਨੰਬਰਸ ਦਿੱਤੀਆਂ ਸੀ ਵੀ ਜੇ ਤੁਹਾਨੂੰ ਕਦੇ ਵੀ ਕੋਈ ਪ੍ਰੋਬਲਮ ਹੈ, ਤੁਹਾਨੂੰ ਕੋਈ ਚੀਜ਼ ਪੁੱਛਣੀ ਹੈ, ਤੁਸੀਂ ਇਸ ਨੰਬਰ 'ਤੇ ਕੰਟੈਕਟ ਕਰਨਾ, ਅਸੀਂ ਡਾਇਰੈਕਟ ਤੁਹਾਡੇ ਨਾਲ ਗੱਲ ਕਰਾਂਗੇ। ਆ ਪਰਟੀਕੂਲਰ ਟਾਈਮ ਹੈ, ਇਸ ਟਾਈਮ ਦੇ ਵਿੱਚ ਸਾਨੂੰ ਤੁਸੀਂ ਜਿੰਨਾ ਕੋਈ ਦਿਨ ਦੇ ਵਿੱਚ 1 ਘੰਟਾ 2 ਘੰਟੇ ਇਸ ਟਾਈਮ ਦੇ ਵਿੱਚ ਸਾਨੂੰ ਫੋਨ ਕਰਕੇ ਜੋ ਤੁਹਾਡੀ ਕੁਐਰੀਜ਼ ਹੈ ਸਾਡੇ ਤੋਂ ਪੁੱਛੋ ਫੋਨ ਦੇ ਵਿੱਚ। ਯੈਸ ਟੈਲੀਫੋਨਿਕ ਅਪਾਇੰਟਮੈਂਟ ਸੀ, ਕਈ ਚੀਜ਼ਾਂ WhatsApp 'ਤੇ ਵੀ ਸੀ। ਸਾਡੇ ਅੱਗੇ ਸੁਪਰੀਮ ਕੋਰਟ ਜਾਂ ਹਾਈ ਕੋਰਟ ਨੇ ਕਿਹਾ ਸੀ WhatsApp 'ਤੇ ਡਾਕਟਰਸ ਨੂੰ ਕੰਸਲਟੇਸ਼ਨਸ ਅਲਾਊਡ ਨਹੀਂ ਹੈ, ਬਟ ਇਸ ਦੌਰਾਨ ਕਰੋਨਾ ਤੋਂ ਦੇ ਦੌਰਾਨ ਉਹਨਾਂ ਨੇ ਸਪੈਸ਼ਲ ਕਿਹਾ ਕਿ ਵੀ ਡਾਕਟਰਸ ਆਪਣੀ ਕੰਸਲਟੇਸ਼ਨਸ WhatsApp 'ਤੇ ਜਾਂ ਈਵਨ ਜਿਹੜੇ ਹੈ Facebook 'ਤੇ ਆਪਣੀਆਂ ਕੰਸਲਟੇਸ਼ਨ ਦੇ ਸਕਦੇ ਆ। ਇਹਦੇ ਕਰਕੇ ਡਾਕਟਰਸ ਨੇ ਆਪਣੀਆਂ ਇਸ ਤਰ੍ਹਾਂ ਪੇਸ਼ੈਂਟਸ ਨੂੰ ਕਾਫੀ ਫਾਇਦਾ ਪਹੁੰਚਾਇਆ ਜਿਹੜੇ ਪੇਸ਼ੈਂਟਸ ਹਸਪਤਾਲ ਨਹੀਂ ਆਉਣਾ ਚਾਹੁੰਦੇ ਸੀ। ਜੇਕਰ ਆਪਾਂ ਗੱਲ ਕਰੀਏ ਹਾਲ ਹੀ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਵੀ ਅਨਾਉਂਸਮੈਂਟ ਕੀਤੀ ਸੀ, ਉਸ ਤੋਂ ਬਾਅਦ ਸਾਡੇ ਫਾਈਨੈਂਸ ਮਿਨਿਸਟਰ ਨੇ ਵੀ ਅਨਾਉਂਸਮੈਂਟ ਕੀਤੀ ਕਿ ਜਿਹੜਾ 20 ਲੱਖ ਕਰੋੜ ਰੁਪਏ ਦਾ ਜਿਹੜੇ ਕਿ 10% ਆਫ ਇੰਡੀਅਨ GDP ਹੈ, ਉਸ ਦਾ ਇੱਕ ਪੈਕੇਜ ਜਿਹੜਾ ਰਾਹਤ ਪੈਕੇਜ MSMEs, ਫਾਈਨੈਂਸ਼ੀਅਲ ਸੈਕਟਰਸ, ਈਵਨ ਐਜੂਕੇਸ਼ਨ ਐਂਡ ਹੈਲਥ ਸੈਕਟਰਸ ਜਾਂ ਹੋਰ ਬਹੁਤ ਸੈਕਟਰਸ ਦੇ ਲਈ ਜਿਹੜਾ ਹੈ ਉਹ ਅਨਾਉਂਸ ਕੀਤਾ ਗਿਆ ਸੀਗਾ। ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਇਹ ਪੈਕੇਜ ਜਿਹੜਾ ਹੈ, ਰਾਹਤ ਪੈਕੇਜ ਜਿਹੜਾ ਹੈ ਜਾਂ ਫਾਈਨੈਂਸ਼ੀਅਲ ਪੈਕੇਜ ਜਿਹੜਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅਨਾਉਂਸ ਕੀਤਾ, ਇਸ ਦਾ ਕਿਸੇ ਤਰੀਕੇ ਤੁਹਾਨੂੰ ਕੋਈ ਫਾਇਦਾ ਹੋਇਆ? ਐਜ਼ ਅ ਪ੍ਰਾਈਵੇਟ ਹਸਪੀਟਲ ਓਨਰ ਇਸ ਸਮੇਂ ਇਸ ਚੀਜ਼ 'ਤੇ ਕਮੈਂਟ ਕਰਨਾ ਮੁਸ਼ਕਿਲ ਹੈ, ਬਿਕੋਜ਼ ਆਈ ਡੋਂਟ ਸੀ ਕਿ ਸਾਨੂੰ ਇਸ ਦਾ ਬਹੁਤਾ ਜ਼ਿਆਦਾ ਕੋਈ ਬੈਨੀਫਿਟ ਹੋਇਆ। ਬਟ ਡੈਫੀਨੇਟਲੀ ਜਿਹੜੇ ਆਪਣੇ ਪੂਅਰ ਕਲਾਸ ਜਿਹੜੀ ਜੋ ਹੈਗੇ ਆਪਣੇ ਕੰਟਰੀਜ਼ ਦੇ ਪੂਅਰ ਕਲਾਸ ਨੂੰ ਬਿਲੋਂਗ ਕਰਦੇ ਹੈ ਨਾ, ਬਿਲੋ ਪੋਵਰਟੀ ਲਾਈਨ ਲੋਕ ਹੈਗੇ ਆ, ਜਿਹੜੇ ਬੰਦੇ ਜਿਨ੍ਹਾਂ ਦੀ ਕਮਾਈਆਂ ਘੱਟ ਹੈ, ਬਹੁਤ ਗਰੀਬ ਹੈਗੇ, ਉਹਨਾਂ ਨੂੰ ਬੈਨੀਫਿਟ ਹੋਇਆ। ਈਵਨ ਗਵਰਨਮੈਂਟ ਹਸਪੀਟਲਸ ਨੂੰ ਬੈਨੀਫਿਟ ਹੋਇਆ ਹੋਏਗਾ, ਬਟ ਐਜ਼ ਅ ਪ੍ਰਾਈਵੇਟ ਸੈਕਟਰ, ਪ੍ਰਾਈਵੇਟ ਡਾਕਟਰ ਆਈ ਡੋਂਟ ਸੀ ਕਿ ਸਾਨੂੰ ਕੋਈ ਬਹੁਤਾ ਇਸ ਚੀਜ਼ ਦਾ ਬੈਨੀਫਿਟ ਹੋਇਆ। ਤੇ ਜੇਕਰ ਮੈਂ ਹੁਣ ਤੁਹਾਡੇ ਨਾਲ ਗੱਲ ਕਰੀਏ, ਚਲੋ ਤੁਸੀਂ ਇੱਕ ਐਨਐਸਥੈਟਿਕ ਡਾਕਟਰ ਨੂੰ, ਉਹਦੇ ਨਾਲ ਨਾਲ ਇੱਕ ਘਰ ਦੇ ਕਹਿੰਦੇ ਨਾ ਜਿਹੜੀ ਇੱਕ ਗ੍ਰਹਿਣੀ ਹੁੰਦੀ ਉਹ ਘਰ ਦਾ ਹੈੱਡ ਮੰਨਿਆ ਜਾਂਦਾ ਜ਼ਿਆਦਾਤਰ। ਘਰ ਦੇ ਵਿੱਚ ਜੇ ਹੁਣ ਜਿਹੜਾ ਲੋਕਡਾਊਨ ਦਾ ਟਾਈਮ ਰਿਹਾ, ਤੁਸੀਂ ਆਪਣੀ OPD ਦੀ ਟਾਈਮਿੰਗਸ ਵੀ ਘਟਾਈਆਂ ਹੋਣਗੀਆਂ, ਉਸ ਦਾ ਕੀ ਹੋਏਗਾ, ਤੁਸੀਂ ਜ਼ਿਆਦਾ ਟਾਈਮ ਆਪਣੀ ਫੈਮਿਲੀ ਨੂੰ ਦਿੱਤਾ ਹੋਏਗਾ। ਜੇਕਰ ਆਪਾਂ ਗੱਲ ਕਰੀਏ ਤੁਹਾਡਾ ਫੈਮਿਲੀ ਟਾਈਮ ਜਿਹੜਾ ਹੈ ਉਹ ਕਿਸ ਤਰੀਕੇ ਨਾਲ ਬੀਤਿਆ ਇਸ ਲੋਕਡਾਊਨ ਦੇ ਦੌਰਾਨ? ਦੇਖੋ ਮੇਰੀ ਗੱਲ ਕੀਤੀ ਜਾਏ ਤਾਂ ਮੇਰਾ ਫੈਮਿਲੀ ਟਾਈਮ ਤਾਂ ਇਟ ਵਾਜ਼ ਵੰਡਰਫੁਲ, ਕਿਉਂਕਿ ਬੀਇੰਗ ਵਰਕਿੰਗ ਫੀਮੇਲ ਵਿਦ ਮਦਰ ਆਫ 2 kids, I never get time to remain
ਇਨ ਐਟ ਹੋਮ ਕੁਆਇਟਲੀ ਸਿਟਿੰਗ ਆਈਡੀਅਲ, ਇੱਦਾਂ ਸਾਨੂੰ ਕਦੀ ਟਾਈਮ ਹੀ ਨਹੀਂ ਮਿਲਿਆ। ਇਸ ਟਾਈਮ ਵਿੱਚ ਅਸੀਂ ਕਿਚਨ 'ਚ ਵੀ ਆਪਣੀਆਂ ਬੜੀਆਂ ਸਕਿੱਲਸ ਸ਼ਾਰਪਨ ਕੀਤੀਆਂ ਮੈਂ, ਜਿਹੜੀਆਂ ਕਦੀ ਕੁਕਿੰਗ ਵੀ ਨਹੀਂ ਕਰਨ ਦਾ ਟਾਈਮ ਮਿਲਦਾ ਸੀ, ਉਹ ਕੀਤਾ, ਔਰ ਬੱਚਿਆਂ ਨਾਲ ਬਹੁਤ ਵੰਡਰਫੁਲ ਟਾਈਮ ਸਪੈਂਡ ਕੀਤਾ ਵਾ। ਇਟ ਵਾਜ਼ ਆਸਮ। ਬਟ ਇੱਕ ਕਿਤੇ ਨਾ ਕਿਤੇ ਇੱਕ ਪੈਨਿਕ ਰਹਿੰਦਾ ਹੀ ਹੈ ਬੀਇੰਗ ਡਾਕਟਰਸ, ਕਿਉਂਕਿ ਸਾਨੂੰ ਐਮਰਜੈਂਸੀ ਕੇਸਿਸ ਤਾਂ ਜਾਣਾ ਹੀ ਪੈਂਦਾ। ਬਟ ਜਿਹੜਾ ਮੈਨੂੰ ਲੱਗਦਾ ਵਾ ਕਿ ਨੋਰਮਲ ਲੋਕਾਂ ਨੇ ਇੰਜੋਏ ਕੀਤਾ ਹੋਏਗਾ ਟਾਈਮ, ਉਹ ਡਾਕਟਰਸ ਨੇ ਨਹੀਂ ਕੀਤਾ ਹੋਣਾ, ਕਿਉਂਕਿ ਸਾਡੇ ਬੈਕ ਆਫ ਦਾ ਮਾਈਂਡ ਤੇ ਹਮੇਸ਼ਾ ਇੱਕ ਫੇਅਰ ਰਹਿੰਦਾ ਵਾ, ਕੱਲ ਫਿਰ ਹਸਪੀਟਲ ਜਾਣਾ, ਫਿਰ ਪੇਸ਼ੈਂਟਸ ਦੇਖਣੇ ਆ, ਜਿਹਨੂੰ ਅਸੀਂ ਡਿਨਾਈ ਨਹੀਂ ਕਰ ਸਕਦੇ ਆਪਣੀ ਡਿਊਟੀ ਨੂੰ। ਬਟ ਅਦਰਵਾਈਜ਼ ਇਟ ਸਪੈਂਡਿੰਗ ਟਾਈਮ ਵਿਦ ਦ ਕਿਡਸ ਐਂਡ ਫੈਮਿਲੀ ਇਜ਼ ਆਲਵੇਜ਼ ਗੁੱਡ, ਆਲਵੇਜ਼। ਐਂਡ ਸਰ ਚਲੋ ਹੁਣ ਤੁਸੀਂ ਆਪਰੇਸ਼ਨਸ ਤਾਂ ਨਾਰਮਲੀ ਇਕੱਠੇ ਕਰਦੇ ਹੋ, ਪ੍ਰੋਸੀਜਰਸ ਇਕੱਠੇ ਕਰਦੇ ਹੋ, ਪਰ ਜਦੋਂ ਘਰ ਦੇ ਵਿੱਚ ਤੁਸੀਂ ਦੋਨੋਂ ਇਕੱਠੇ ਸੀਗੇ ਉਦੋਂ ਮੈਡਮ ਦੇ ਜਿਹੜੀਆਂ ਹੁਣ ਇਹਨਾਂ ਨੇ ਕਿਹਾ ਕਿ ਇਹਨਾਂ ਨੇ ਕੁਕਿੰਗ ਸਕਿੱਲਸ ਵੀ ਐਨਹਾਂਸ ਕੀਤੀਆਂ ਨੇ, ਉਹਦਾ ਤੁਹਾਨੂੰ ਕਿਸ ਤਰੀਕੇ ਦਾ ਬੈਨੀਫਿਟ ਮੈਡਮ ਕੋਲੋਂ ਦੇਖਣ ਨੂੰ ਮਿਲਿਆ? ਇਹ ਮਤਲਬ ਕਿ ਇਹ ਜੋ ਚੀਜ਼ ਇਹਨਾਂ ਨੇ ਕਹੀ ਹੈ, ਬਿਕੋਜ਼ ਇਹਨਾਂ ਨੇ ਇਸ ਲਾਕਡਾਊਨ ਦੇ ਦੌਰਾਨ ਨੈੱਟ 'ਤੇ ਜਾਂ ਨਾ ਸਪੈਸ਼ਲੀ ਫੇਸਬੁੱਕ 'ਤੇ ਕਹਿੰਦੇ ਜਿਹੜੇ YouTube 'ਤੇ ਵੀਡੀਓਜ਼ ਦੇਖ ਕੇ ਬੜੀ ਨਵੀਂ ਚੀਜ਼ਾਂ ਬਣਾਈਆਂ, ਸਪੈਸ਼ਲੀ ਕਈ ਨਵੀਆਂ ਮਿਠਾਈਆਂ ਬਣਾਈਆਂ, ਨਵੀਆਂ ਕਹਿੰਦੇ ਇਹ ਡਿਸ਼ਿਜ਼ ਬਣਾਈਆਂ ਵਿੱਚ ਵੀ ਕੈਨ ਨਾਟ ਇਮੈਜਿਨ ਕਿ ਆਪਾਂ ਕਦੇ ਘਰ ਵੀ ਇਹ ਚੀਜ਼ਾਂ ਖਾ ਸਕਦੇ ਹਾਂ। ਸੋ ਐਵਰੀਬੋਡੀ ਇੰਜੋਇਡ ਅਲੋਂਗ ਵਿਦ ਮੀ, ਮਾਈ ਕਿਡਸ, ਈਵਨ ਮੇਰੇ ਪੇਰੈਂਟਸ ਵੀ ਸਾਡੇ ਨਾਲ ਹੀ ਰਹਿੰਦੇ ਆ, ਅਤੇ ਦੇ ਇੰਜੋਇਡ ਅ ਲੋਟ। ਅਤੇ ਐਂਡ ਸ਼ੀ ਵਾਜ਼ ਸੋ ਹੈਪੀ ਕਿ ਮੈਨੂੰ ਤੁਸੀਂ ਇੰਨੀ ਕਹਿੰਦੇ ਇਨਕਰੇਜਮੈਂਟ ਮਿਲੀ ਹੈ, ਇੰਨੇ ਮੈਨੂੰ ਕਹਿੰਦੇ ਇਹਨਾਂ ਨੇ ਵਾਹਵਾਹੀ ਇਸ ਚੀਜ਼ ਦੀ ਦਿੱਤੀ ਹੈ। ਸੋ ਵੀ ਰੀਅਲੀ ਇੰਜੋਇਡ ਦੈਟ। ਅਤੇ ਮੈਂ ਇੱਕ ਚੀਜ਼ ਮੈਂ ਕਹਿਣਾ ਚਾਹੂੰਗਾ ਕਿ ਇਸ ਦੌਰਾਨ ਮੈਂ ਆਪਣੇ ਮਤਲਬ ਕਿਡਸ ਦੇ ਨਾਲ ਆਈ ਪਲੇਡ ਲੋਟ ਆਫ ਇਨਡੋਰ ਗੇਮਸ, ਅਤੇ ਬੱਚਿਆਂ ਨਾਲ ਕਾਫੀ ਗੇਮਸ ਖੇਲੀਆਂ, ਅਤੇ ਆਈ ਰੀਅਲੀ ਇੰਜੋਇਡ ਦੈਟ ਟਾਈਮ। ਬਾਕੀ ਥੋੜ੍ਹਾ ਬਹੁਤ ਤਾਂ ਡਰ ਜਿਹੜਾ ਮੈਡਮ ਕਹਿੰਦੀ ਕਿ ਰਹਿੰਦਾ ਹੀ ਹੈ ਕਿ ਬੱਚਿਆਂ ਨੂੰ ਇਨਫੈਕਸ਼ਨ ਨਾ ਹੋ, ਬਟ ਯੈਸ ਬਟ ਐਟ ਦ ਸੇਮ ਟਾਈਮ ਵੀ ਆਰ ਰੀਅਲੀ ਇੰਜੋਇਡ ਦਾ ਟਾਈਮ ਵਿਦ ਅਵਰ ਚਿਲਡਰਨ। ਅਤੇ ਆਪਾਂ ਇਸ ਟਾਈਮ ਨੂੰ ਭੁੱਲਾਂਗੇ ਨਹੀਂ, ਹੁਣ ਬੜੀ ਚੀਜ਼ਾਂ ਕਰੋਨਾ ਟਾਈਮ 'ਚ ਜੇ ਬੁਰੀਆਂ ਵੀ ਹੋਈਆਂ ਅਤੇ ਕਈ ਚੀਜ਼ਾਂ ਅੱਛੀਆਂ ਵੀ ਹੋਈਆਂ। ਸੋ ਦਿਸ ਵਨ ਆਫ ਦਾ ਦੈਟ। ਜੇਕਰ ਗੱਲ ਕਰੀਏ ਆਪਾਂ, ਤੁਸੀਂ ਐਮਰਜੈਂਸੀ ਪੇਸ਼ੈਂਟਸ ਦੀ ਵੀ ਗੱਲ ਕੀਤੀ ਸੀ ਕਿ ਜਿਹੜੇ ਐਮਰਜੈਂਸੀ ਪੇਸ਼ੈਂਟਸ ਆਉਂਦੇ ਸੀਗੇ, ਮੈਡਮ ਨੇ ਵੀ ਦੱਸਿਆ ਕਿ ਐਮਰਜੈਂਸੀ ਪੇਸ਼ੈਂਟਸ ਤੁਸੀਂ ਹਿਸਟਰੀਜ਼ ਜਿਹੜੀਆਂ ਲੈਂਦੇ ਸੀਗੇ, ਪਰ ਜੇਕਰ ਬਾਈ ਚਾਂਸ ਅਗਰ ਕੋਈ ਤੁਹਾਨੂੰ ਕਿਸੇ ਤੇ ਡਾਊਟ ਲੱਗਦਾ ਸੀ ਕੋਈ ਐਮਰਜੈਂਸੀ ਪੇਸ਼ੈਂਟ ਦੇ ਉੱਤੇ, ਕੀ ਤੁਹਾਡੀ ਪਹਿਲੀ ਪ੍ਰੈਫਰੈਂਸ ਉਹਨੂੰ ਟਰੀਟ ਕਰਨ ਦੀ ਹੁੰਦੀ ਸੀ, ਜਾਂ ਫਿਰ ਤੁਹਾਡੀ ਪਹਿਲੀ ਪ੍ਰੈਫਰੈਂਸ ਇਹ ਹੁੰਦੀ ਸੀ ਕਿ ਉਹਦਾ ਕਰੋਨਾ ਟੈਸਟ ਕਰਾ ਕੇ ਉਹਨੂੰ ਫਿਰ ਹੀ ਟਰੀਟ ਕੀਤਾ ਜਾਵੇ? ਜਿਹੜੀ ਐਮਰਜੈਂਸੀਜ਼ ਵੀ ਨਾ ਦੋ ਤਰ੍ਹਾਂ ਦੀ ਹੈ। ਇੱਕ ਐਮਰਜੈਂਸੀਜ਼ ਹੁੰਦੀ ਜਦੋਂ ਤੁਹਾਨੂੰ ਪਤਾ ਕਿ ਜੇ ਤੁਸੀਂ ਹੁਣ ਟਰੀਟ ਨਹੀਂ ਕੀਤਾ ਵਿਦਿਨ ਫਿਊ ਮਿੰਟਸ ਦ ਪੇਸ਼ੈਂਟ ਕੈਨ ਡਾਈ। ਉਹਦੇ ਵਿੱਚ ਤਾਂ ਤੁਹਾਨੂੰ ਕੋਈ ਟੈਸਟ ਨਹੀਂ, ਕੁਛ ਨਹੀਂ ਦੇਖਣਾ, ਐਜ਼ ਅ ਹਿਊਮਨ ਬੀਇੰਗ, ਐਜ਼ ਅ ਡਾਕਟਰ ਪੇਸ਼ੈਂਟ ਨੂੰ ਬਚਾਉਣਾ, ਠੀਕ ਹੈ। ਉਹਦੇ ਵਿੱਚ ਇਹ ਤੁਹਾਨੂੰ 5% ਰਿਸਕ ਇਨਫੈਕਸ਼ਨ ਹੁੰਦਾ ਵੀ ਹੈ, ਤੁਹਾਨੂੰ ਉਹ ਚੀਜ਼ ਨਹੀਂ ਸੋਚਣੀ ਚਾਹੀਦੀ, ਠੀਕ ਹੈ। ਸੋ ਅਸੀਂ ਉਹ ਜਿਹੜੇ ਪੇਸ਼ੈਂਟ ਤੁਹਾਨੂੰ ਪਤਾ ਕਿ ਕੁਛ ਹੀ ਮਿੰਟਾਂ 'ਚ ਖਤਮ ਹੋ ਸਕਦੇ ਆ, ਉਸ ਪੇਸ਼ੈਂਟ ਨੂੰ ਅਸੀਂ ਇਮੀਡੀਏਟ ਟਰੀਟ ਕੀਤਾ ਵਿਦਆਊਟ ਐਨੀ ਟੈਸਟ। ਜੇ ਸਾਨੂੰ ਸਪੈਸ਼ਲੀ ਡਾਊਟ ਵੀ ਹੋਏ ਪੇਸ਼ੈਂਟ ਪੋਜ਼ੀਟਿਵ ਹੋ ਸਕਦਾ, ਅਸੀਂ ਉਸ ਪੇਸ਼ੈਂਟ ਦਾ ਟਰੀਟਮੈਂਟ ਨਹੀਂ ਰੋਕਿਆ। ਇੱਕ ਸੈਕਿੰਡ ਐਮਰਜੈਂਸੀ ਹੁੰਦੀ ਹੈ ਜਿਹਦੇ ਵਿੱਚ ਸਾਨੂੰ ਪਤਾ ਕਿ ਪੇਸ਼ੈਂਟਸ 1 ਜਾਂ 2 ਦਿਨਾਂ ਤੋਂ ਜ਼ਿਆਦਾ ਟਾਈਮ ਨਹੀਂ ਕੱਢੇਗਾ, 1-2 ਦਿਨ ਆਪਾਂ ਲੇਟ ਵੀ ਕਰ ਲਈਏ ਇਹਨੂੰ ਨੁਕਸਾਨ ਨਹੀਂ ਹੋਏਗਾ। ਉਸ ਪੇਸ਼ੈਂਟ ਨੂੰ ਸਾਨੂੰ ਪਤਾ ਕਿ ਟੈਸਟ ਦੀ ਜਿਹੜੀ ਰਿਪੋਰਟ ਸਾਨੂੰ 6 ਘੰਟੇ 8 ਘੰਟੇ 'ਚ ਮਿਲ ਸਕਦੀ ਹੈ, ਅਸੀਂ ਉਸ ਪੇਸ਼ੈਂਟ ਨੂੰ ਕਹਿੰਦੇ ਹਾਂ ਕਿ ਵੀ ਤੁਸੀਂ ਆਪਣੀ ਇਹ ਜਲਦੀ ਕਰਵਾ ਕੇ ਜਿੰਨਾ ਸਵੇਰੇ ਤੁਸੀਂ ਗਏ ਹੋ ਸ਼ਾਮ ਤੱਕ ਆ ਜਾਓ, ਤਾਂ ਕਿ ਸਰ ਟਰੀਟਮੈਂਟ ਤੁਹਾਡਾ ਕੱਲ੍ਹ ਸ਼ੁਰੂ ਕਰ ਦਈਏ, ਤੁਹਾਨੂੰ ਕੋਈ ਨੁਕਸਾਨ ਨਾ ਹੋ। ਬਟ ਡੈਫੀਨੇਟਲੀ ਜਿਹੜਾ ਪੇਸ਼ੈਂਟ ਜੇ ਕੁਛ ਮਿੰਟਾਂ 'ਚ ਘੰਟਿਆਂ 'ਚ ਖਤਮ ਹੋਣ ਵਾਲਾ, ਉਹਦੇ 'ਚ ਅਸੀਂ ਕੋਈ ਟੈਸਟ ਦੀ ਰਿਪੋਰਟ ਕੁਛ ਨਹੀਂ ਦੇਖਣਾ। ਜੇ ਡਾਊਟ ਵੀ ਹੈ ਕਰੋਨਾ ਦਾ, ਆਪਾਂ ਪਹਿਲੇ ਪੇਸ਼ੈਂਟ ਦੇ ਸਾਹਮਣੇ ਸਾਡੀ ਅੱਖਾਂ ਦੇ ਸਾਹਮਣੇ ਮਰਦਾ ਪਿਆ, ਉਹਨੂੰ ਬਚਾਉਣਾ ਸਾਡਾ ਫਰਜ਼ ਹੈ। ਜੇਕਰ ਆਪਾਂ ਗੱਲ ਕਰੀਏ ਡਾਕਟਰ ਸਾਹਿਬ, ਹੁਣ ਤੁਹਾਡਾ ਜਿਹੜਾ ਪੇਸ਼ਾ ਹੈ, ਠੀਕ ਹੈ, ਤੁਸੀਂ ਮਰੀਜ਼ਾਂ ਨੂੰ ਠੀਕ ਕਰਦੇ ਹੋ, ਤੁਸੀਂ ਓਪੀਡੀ ਫੀਸ ਲੈਂਦੇ ਹੋ, ਸਭ ਕੁਝ ਕਰਦੇ ਹੋ, ਤੁਹਾਡੀ ਜਿਹੜੀ ਇਨਕਮ ਉਹ ਬੇਸਿਕਲੀ ਤੁਹਾਡੀ ਓਪੀਡੀ ਦੇ ਉੱਤੇ ਜਾਂ ਆਈਪੀਡੀ ਦੇ ਉੱਤੇ ਹੀ ਡਿਪੈਂਡੈਂਟ ਹੈ। ਜੇਕਰ ਆਪਾਂ ਗੱਲ ਕਰੀਏ ਜ਼ਿਆਦਾਤਰ ਜਿਹੜੇ ਪੇਸ਼ੈਂਟਸ, ਹਰ ਕੋਈ ਹਾਈ ਕਲਾਸ ਨਹੀਂ ਹੁੰਦਾ, ਠੀਕ ਹੈ, ਬਹੁਤ ਸਾਰੇ ਮਿਡਲ ਕਲਾਸ ਲੋਕ ਵੀ ਹੁੰਦੇ ਨੇ, ਅਤੇ ਮਿਡਲ ਕਲਾਸ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਲਾਕਡਾਊਨ ਦੇ ਦੌਰਾਨ ਉਹਨੂੰ ਕਾਫੀ ਜਿਹੜੀ ਪ੍ਰੋਬਲਮਸ ਦਾ ਵੀ ਸਾਹਮਣਾ ਕਰਨਾ ਪਿਆ। ਤੁਹਾਨੂੰ ਕੀ ਲੱਗਦਾ ਕਿ ਤੁਹਾਡੀ ਜਿਹੜੀ ਇਹਨਾਂ ਅਰਨਿੰਗਸ ਦੇ ਉੱਤੇ, ਤੁਸੀਂ ਪਹਿਲੇ ਵੀ ਦੱਸਿਆ ਕਿ ਇਕੋਨੋਮਿਕਲ ਡਰਾਸਟਿਕ ਇਫੈਕਟ ਦੇਖਣ ਨੂੰ ਮਿਲਿਆ, ਉਹ ਤੁਹਾਡੀ ਹਸਪੀਟਲ ਦੇ ਵਿੱਚ ਡਿਵੈਲਪਮੈਂਟ ਦੇ ਵਿੱਚ ਜਾਂ ਟੈਕਨੋਲੋਜੀ ਡਿਵੈਲਪਮੈਂਟ ਦੇ ਵਿੱਚ, ਟਰੀਟਮੈਂਟ ਡਿਵੈਲਪਮੈਂਟ ਦੇ ਵਿੱਚ ਕਿਸ ਤਰੀਕੇ ਦਾ ਅਸਰ ਦੇਖਣ ਨੂੰ ਮਿਲਿਆ ਉਸ ਚੀਜ਼ ਦਾ? ਮੈਂ ਪਹਿਲੇ ਵੀ ਦੱਸਿਆ ਸੀ, ਆਲਮੋਸਟ 10 to 20% ਜਿਹੜਾ ਹੈਗੇ ਪੇਸ਼ੈਂਟ ਸਾਡੇ ਕੋਲ ਰੂਟੀਨਲੀ ਓਪੀਡੀ 'ਚ ਆਉਂਦੇ ਸੀ। 80-90% ਵੀ ਹੈਵ ਸਿਗਨੀਫਿਕੈਂਟ ਡਰੋਪ ਇਨ ਫੁੱਟਫਾਲ ਆਫ ਦ ਪੇਸ਼ੈਂਟਸ, ਅਤੇ ਆਲਮੋਸਟ 80 to 90% ਸਿਮਿਲਰ ਸਾਡਾ ਜਿਹੜਾ ਅਰਨਿੰਗਸ ਦੇ ਵਿੱਚ ਸਾਡਾ ਜਿਹੜਾ ਹੈ ਡਰੋਪ ਹੋਇਆ। ਅਤੇ ਨੈਚੁਰਲੀ ਜੋ ਸਾਡੇ ਖਰਚੇ ਹੈ ਉਹ ਇਹ ਤੋਂ ਕਈ ਗੁਣਾ ਜ਼ਿਆਦਾ ਸੀ। ਅਸੀਂ ਤਾਂ ਆਪਣੇ, ਮੈਨੂੰ ਬਾਕੀ ਹਸਪਤਾਲ ਦਾ ਨਹੀਂ ਪਤਾ, ਅਸੀਂ ਆਪਣੇ ਸਟਾਫ ਮੈਂਬਰਸ ਨੂੰ ਪੂਰੀ ਸੈਲਰੀਜ਼ ਐਜ਼ ਸੱਚ ਦਿੱਤੀਆਂ। ਸਾਡੇ ਕਿਉਂਕਿ ਫਰਜ਼ ਹੈ, ਇਹ ਸਾਡੇ ਨਾਲ ਇੰਨੇ ਸਾਲ ਕੰਮ ਕਰਦੇ ਰਹੇ ਹੈ, ਇਹ ਜੇ ਕੁਛ ਮਹੀਨਿਆਂ 'ਚ ਅਸੀਂ ਆਪਣੇ ਉੱਤੇ ਸੈਲਰੀ ਦੇ ਦਾਂਗੇ ਤਾਂ ਕੋਈ ਵੱਡੀ ਗੱਲ ਨਹੀਂ ਹੈ। ਅਤੇ ਜਿਹੜੀ ਰਹੀ ਗੱਲ ਟੈਕਨੋਲੋਜੀ ਡਿਵੈਲਪਮੈਂਟ ਦੀ, ਦੇਖੋ ਟੈਕਨੋਲੋਜੀ ਸਾਡੇ ਕੋਲ ਆਲਰੇਡੀ ਸਾਰੀ ਹੈਗੀ ਹੈ, ਅਤੇ ਟੈਕਨੋਲੋਜੀਜ਼ ਡਿਵੈਲਪਮੈਂਟ ਸਾਨੂੰ ਬਹੁਤਾ ਨੁਕਸਾਨ ਨਹੀਂ ਹੋਇਆ, ਬਿਕੋਜ਼ ਟੈਕਨੋਲੋਜੀ ਵੀ ਆਲ ਹੈਵ ਇਨ ਆਵਰ ਹਸਪੀਟਲ। ਬਟ ਓਨਲੀ ਥਿੰਗ ਇਜ਼ ਕਿ ਦ ਅਰਨਿੰਗਸ ਦੇ ਜਿਹੜਾ ਆਪਣਾ ਖਰਚਾ ਹੈਗਾ ਨੈਚੁਰਲੀ ਉਹ ਮਿਸਮੈਚ ਜ਼ਰੂਰ ਹੋ ਗਿਆ ਸੀ। ਕਿਉਂਕਿ ਇਨਫਰਾਸਟ੍ਰਕਚਰ ਦਾ ਵੀ ਜਿਹੜਾ ਦੇਖਿਆ ਜਾਵੇ
ਜਾਵੇ ਹਸਪੀਟਲ ਦੇ ਇਨਫਰਾਸਟ੍ਰਕਚਰ ਨੂੰ ਵੀ ਪ੍ਰੋਪਰਲੀ ਮੈਨੇਜ ਕਰਨਾ ਪੈਂਦਾ ਜਦੋਂ ਹਸਪੀਟਲ ਨੂੰ ਚਲਾਉਂਦੇ ਹੋ, ਉਸ ਦੇ ਵਿੱਚ ਤੁਹਾਨੂੰ ਕੋਈ ਮਤਲਬ ਦੇਖਣ ਨੂੰ ਮਿਲਿਆ, ਉਹਦੇ 'ਚ ਕੋਈ ਤੁਹਾਨੂੰ ਲੱਗਿਆ ਹੋਵੇ ਕਿ ਹਾਂਜੀ ਇਸ 'ਚ ਨੁਕਸਾਨ ਸਾਨੂੰ ਹੋਇਆ? ਇਨਫਰਾਸਟ੍ਰਕਚਰ ਬੇਸਿਕਲੀ ਜਿੰਨਾ ਕੋਈ ਹੁਣ ਸਪੋਜ਼ ਕੋਈ ਆਪਾਂ ਜਿਹਨਾਂ ਹਸਪੀਟਲ ਚਲਾ ਰਹੇ ਹਾਂ, ਕੋਈ ਹਸਪੀਟਲ ਦੀ ਕਿਸੇ ਮਸ਼ੀਨ 'ਚ ਪ੍ਰੋਬਲਮ ਆ ਗਈ ਹੈ, ਕੋਈ ਐਂਡੋਸਕੋਪ ਦੇ ਵਿੱਚ ਪ੍ਰੋਬਲਮ ਆ ਗਈ ਹੈ, ਸਾਨੂੰ ਪ੍ਰੋਬਲਮ ਇਹ ਹੋਈ ਕਿ ਸਾਡਾ ਰਿਪੇਅਰਿੰਗ ਐਜ਼ ਸੱਚ ਜਿਹੜਾ ਰਿਪੇਅਰ ਕਰਾਉਣਾ ਉਹ 'ਚ ਸਾਡੀ ਬੜੀ ਪ੍ਰੋਬਲਮ ਆਉਂਦੀ ਸੀ। ਅੱਗੇ ਸੇ ਕੋਰੀਅਰ ਕਰਾ ਕੇ ਜਿੰਨਾ ਕੋ ਸਾਡਾ ਐਂਡੋਸਕੋਪ ਆਪਾਂ ਐਜ਼ ਅ ਗੈਸਟਰੋਲੋਜੀ ਆਪਾਂ ਐਂਡੋਸਕੋਪ ਯੂਜ਼ ਕਰਦੇ ਹਾਂ, ਜੇ ਵਿੱਚ ਸਾਡੇ ਐਂਡੋਸਕੋਪ ਵਿੱਚ ਕੋਈ ਪ੍ਰੋਬਲਮ ਆ ਜਾਏ ਤਾਂ ਜੇ ਨਾਰਮਲੀ ਅਸੀਂ ਉਹਨੂੰ ਦਿੱਲੀ ਜਾਂ ਕਿਤੇ ਬੰਬੇ ਜਾਂ ਕਿਤੇ ਗੁਜਰਾਤ ਕੋਰੀਅਰ ਕਰਕੇ ਰਿਪੇਅਰ ਕਰਾਉਂਦੇ, ਸਾਨੂੰ ਐਕਚੁਅਲੀ ਜਿਹੜੇ ਰਿਪੇਅਰਿੰਗ ਸਾਡਾ ਜਿਹੜਾ ਸੀ ਨਾ, ਜਿਹੜਾ ਰਿਪੇਅਰਿੰਗ ਜਿਹੜਾ ਆਪਣੇ ਰਿਪੇਅਰ ਦਾ ਜਿਹੜਾ ਤਰੀਕਾ ਸੀ ਉਹ ਸਾਡੇ ਸਾਰੇ ਬਲੌਕ ਹੋ ਗਏ ਸੀ, ਟਰਾਂਸਪੋਰਟੇਸ਼ਨ ਕਰਕੇ ਬਲੌਕ ਹੋ ਗਈ ਸੀ। ਸਾਡੀ ਕੋਈ ਚੀਜ਼ ਸਾਡੀ ਸ਼ਾਰਟ ਹੋ ਗਈ ਹੈ, ਸਾਡੇ ਕੋਲ ਕੋਈ ਇੰਸਟਰੂਮੈਂਟਸ ਸ਼ਾਰਟ ਹੋ ਗਏ ਆ ਜਿਹੜੇ ਸਾਨੂੰ ਨਵੇਂ ਚਾਹੀਦੇ ਆ, ਬਟ ਸਾਨੂੰ ਉਹ ਨਹੀਂ ਅਵੇਲੇਬਲ ਸੀ। ਉਹਦੇ ਵਿੱਚ ਸਾਨੂੰ ਟੈਕਨੋਲੋਜੀ ਦੇ ਵਿੱਚ ਕਾਫੀ ਸਾਨੂੰ ਪ੍ਰੋਬਲਮ ਆਈ ਹੈ ਕਿ ਸਾਡੇ ਕੋਲ ਇੰਸਟਰੂਮੈਂਟਸ ਬੜੇ ਲਿਮਟਡ ਰਹਿ ਗਏ ਸੀ, ਜਿਹੜੀ ਚੀਜ਼ ਖਰਾਬ ਹੋ ਗਈ ਉਹਨੂੰ ਠੀਕ ਨਹੀਂ ਕਰਾ ਪਾ ਰਹੇ ਸੀ। ਇਹ ਇੱਕ ਚੀਜ਼ ਦਾ ਬਹੁਤ ਵੱਡਾ ਡਰਾਬੈਕ ਸੀ ਜਿਹੜਾ ਸਾਨੂੰ ਲਾਕਡਾਊਨ ਦੇ ਵਿੱਚ ਦੇਖਣਾ ਪਿਆ। ਜੇਕਰ ਗੱਲ ਕਰੀਏ ਮੈਡਮ ਤੁਹਾਡੇ ਪੱਖੋਂ, ਕਿਉਂਕਿ ਬੀਇੰਗ ਐਨ ਐਨਸਥੈਟਿਕ ਜਿਹੜੀ ਤੁਹਾਨੂੰ ਵੀ ਬਹੁਤ ਸਾਰੇ ਇੰਸਟਰੂਮੈਂਟਸ ਦੀ ਲੋੜ ਪੈਂਦੀ ਹੈ, ਜਿੱਦਾਂ ਤੁਸੀਂ ਇੰਟੂਬੇਸ਼ਨ ਦੀ ਗੱਲ ਕੀਤੀ ਹੈ, ਹੋਰ ਐਕਸਟੂਬੇਸ਼ਨ ਦੀ ਗੱਲ ਕੀਤੀ ਹੈ, ਉਹਨਾਂ ਵਿੱਚ ਕਾਫੀ ਟਾਈਪ ਦੇ ਇੰਸਟਰੂਮੈਂਟਸ, ਕਾਫੀ ਟਾਈਪ ਦੇ ਇਕਵਿਪਮੈਂਟਸ ਜਿਹੜੇ ਤੁਸੀਂ ਯੂਜ਼ ਕਰਦੇ ਹੋ, ਕਿ ਤੁਹਾਨੂੰ ਵੀ ਕੋਈ ਇੱਦਾਂ ਦੇ ਇਕਵਿਪਮੈਂਟਸ ਦੀ ਜਿਹੜੀ ਸ਼ਾਰਟੇਜ ਹੈ ਉਸ ਲਾਕਡਾਊਨ ਦੇ ਦੌਰਾਨ ਜਾਂ ਇਸ ਕਰਫਿਊ ਦੇ ਦੌਰਾਨ ਮਹਿਸੂਸ ਹੋਈ ਕਿ ਨਹੀਂ ਜੀ ਆਹ ਚੀਜ਼ ਹੋਣੀ ਚਾਹੀਦੀ ਸੀ, ਸ਼ਾਇਦ ਮੈਂ ਪੇਸ਼ੈਂਟ ਨੂੰ ਹੋਰ ਛੇਤੀ ਟਰੀਟ ਕਰ ਲੈਂਦੇ? ਨਹੀਂ, ਐਕਚੁਅਲੀ ਸਾਡਾ ਅੰਦਰ ਸਾਡੇ ਕੋਲ ਪਹਿਲਾਂ ਹੀ ਸਟਾਕ ਬੀਇੰਗ ਐਨਸਥੈਟਿਸਟ ਐਮਰਜੈਂਸੀ ਲਈ ਅਸੀਂ ਤਾਂ ਪੂਰਾ ਸਟਾਕ ਪਹਿਲਾਂ ਹੀ ਰੱਖੀਦਾ ਵਾ, ਜਿੱਦਾਂ ਔਰ ਲਰਿੰਗੋਸਕੋਪ ਹੈ ਉਹ ਰੀਯੂਜ਼ੇਬਲ ਹੈ, ਉਹਦੇ ਵਿੱਚ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਹੈ, ਤੇ ਟਿਊਬਸ ਵੀ ਕੈਨ ਯੂਜ਼ ਇਨ ਰੀਯੂਜ਼ ਇਨ ਐਮਰਜੈਂਸੀਜ਼, ਤੇ ਸਾਡੀ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ। ਐਂਡ ਲੱਕੀਲੀ ਥੋੜਾ ਇੰਜੈਕਸ਼ਨ 'ਚ ਸੀਗਾ, ਜਿੱਦਾਂ ਥੋੜੀ ਸਿਡੇਟਿਵ ਡਰੱਗਸ ਹੈਗੇ ਆ, ਉਹਨਾਂ 'ਚ ਥੋੜੀ ਪ੍ਰੋਬਲਮ ਜ਼ਰੂਰ ਆਈ ਹੈ, ਬਟ ਥੋੜੇ ਅਸੀਂ ਜ਼ਿਆਦਾ ਐਫਰਟਸ ਕਰਕੇ ਉਹ ਕਿਤੋਂ ਨਾ ਕਿਤੋਂ ਅਰੇਂਜ ਕਰ ਹੀ ਲਏ। ਜਿਹੜੇ ਸਿਡੇਟਿਵ ਡਰੱਗਸ ਹੁੰਦੇ ਨੇ ਉਹ ਗਵਰਨਮੈਂਟ ਗਾਈਡਲਾਈਨਸ ਦੇ ਹਿਸਾਬ ਨਾਲ ਹੀ ਮਿਲਦੇ ਨੇ। ਹਾਂ, ਉਹਦੇ ਡਰੱਗਸ ਦੀ ਥੋੜੀ ਹੋਈ ਹੈ, ਜਿੱਦਾਂ ਬਿਊਟੋਰਫੇਨੋਲ ਹੈਗਾ ਵਾ, ਮੇਨ ਤਾਂ ਉਹੀ ਡਰੱਗ ਅਸੀਂ ਯੂਜ਼ ਕਰਦੇ ਹੈਗੇ ਆ ਸਿਡੇਸ਼ਨ ਲਈ, ਪ੍ਰੀ ਮੈਡੀਕੇਸ਼ਨ ਲਈ। ਉਹਦੇ 'ਚ ਥੋੜੀ ਪ੍ਰੋਬਲਮਸ ਆਈ ਸੀ ਕਿਉਂਕਿ ਜਿੱਦਾਂ ਜਿਹੜੀ ਹੋਲਸੇਲ ਮਾਰਕੀਟਸ ਹੈਗੀਆਂ ਉਹ ਵੀ ਥੋੜੇ ਟਾਈਮ ਲਈ ਕਲੋਜ਼ ਹੋ ਗਈਆਂ ਸੀਗੀਆਂ, ਤੇ ਉਹ ਅਸੀਂ ਬੜਾ ਵਾਈਜ਼ਲੀ ਸਾਨੂੰ ਯੂਜ਼ ਕਰਨਾ ਪਿਆ, ਲਿਮਿਟਿਡ ਯੂਜ਼ ਕਰਨਾ ਪਿਆ, ਥੋੜੀ ਘੱਟ ਡੋਜ਼ੇਜ, ਬਟ ਅਲਟੀਮੇਟਲੀ ਵੀ ਹੈਵ ਅਰੇਂਜ ਦੈਟ, ਉਹਦੀ ਪ੍ਰੋਬਲਮ ਨਹੀਂ। ਐਂਡ ਲੱਕੀਲੀ ਸਾਡੇ ਹੋਰ ਐਨਸਥੀਸੀਆ ਇਕਵਿਪਮੈਂਟ 'ਚ ਕੋਈ ਸ਼ਟਡਾਊਨ, ਕੋਈ ਪ੍ਰੋਬਲਮ ਬ੍ਰੇਕਡਾਊਨ ਆਇਆ ਨਹੀਂ, ਤੇ ਇਸ ਕਰਕੇ ਵੀ ਮੂਵਡ ਔਨ। ਤੇ ਜਦੋਂ ਤੁਸੀਂ ਕਿਹਾ ਕਿ ਤੁਸੀਂ ਜਿਹੜੇ ਸੈਡੇਟਿਵ ਤੁਸੀਂ ਗੱਲ ਕੀਤੀ ਹੈ ਉਹਦਾ ਤੁਸੀਂ ਅਮਾਊਂਟ ਘੱਟ ਯੂਜ਼ ਕੀਤਾ, ਕਿ ਉਹਦੇ ਘੱਟ ਯੂਸੇਜ ਦਾ ਕੋਈ ਅਸਰ ਪੇਸ਼ੈਂਟ ਦੇ ਉੱਤੇ ਦੇਖਣ ਨੂੰ ਮਿਲਿਆ? ਨਹੀਂ, ਇੱਦਾਂ ਨਹੀਂ ਹੁੰਦਾ। ਜਿੱਦਾਂ ਜਿਹੜੀ ਸਿਡੇਸ਼ਨ ਯੂਜ਼ ਕਰਦੇ ਆ ਉਹ ਐਜ਼ ਐਨਲਜੈਸਿਕ ਪੇਨ ਕਿਲਰ ਵੀ ਯੂਜ਼ ਕਰਦੇ ਆ, ਤੇ ਅਸੀਂ ਨਾਲ ਐਡਜੂਵੈਂਟ ਡਰੱਗਸ ਯੂਜ਼ ਕਰ ਲਈਦੇ ਸੀ ਉਹਨੂੰ ਰਿਪਲੇਸ ਕਰਨ ਲਈ, ਕਿ ਫॉर ਦਾ ਟਾਈਮ ਬਿੰਗ ਥੋੜੀ ਦੇਰ ਲਈ ਉਹ ਚੱਲ ਸਕਦੀ ਹੈ ਚੀਜ਼, ਜੋ ਸ਼ਾਰਟ ਪ੍ਰੋਸੀਜਰਸ ਹੈ ਉਹ 'ਚ ਥੋੜੀ ਯੂਜ਼ ਕਰ ਲਈ ਡਰੱਗ, ਤੇ ਉਹਦੇ ਨਾਲ ਅਸੀਂ ਮੈਨੇਜ ਕਰ ਲਿਆ ਇਸ ਤਰ੍ਹਾਂ। ਡਾਕਟਰ ਮਨੀਸ਼, ਮੇਰਾ ਅਗਲਾ ਸਵਾਲ ਤੁਹਾਡੇ ਨਾਲ ਇਹੀ ਰਹੇਗਾ ਕਿ ਜਿਹੜਾ ਤੁਹਾਨੂੰ ਲਾਕਡਾਊਨ ਦੇ ਦੌਰਾਨ ਜਾਂ ਕਰਫਿਊ ਦੇ ਦੌਰਾਨ ਪ੍ਰੋਬਲਮਸ ਆਈਆਂ ਨੇ, ਜਾਂ ਫਰਦਰ ਤੁਹਾਨੂੰ ਲੱਗਦਾ ਕਿ ਇਹ ਪ੍ਰੋਬਲਮਸ ਆ ਸਕਦੀਆਂ ਨੇ, ਇਸ ਨੂੰ ਲੈ ਕੇ, ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਗਵਰਨਮੈਂਟ ਕੋ ਤੁਹਾਡੀਆਂ ਕੀ ਡਿਮਾਂਡਸ ਨੇ ਜੋ ਤੁਸੀਂ ਗਵਰਨਮੈਂਟ ਦੇ ਸਾਹਮਣੇ ਰੱਖਣਾ ਚਾਹੁੰਦੇ ਹੋ? ਮੈਂ ਗਵਰਨਮੈਂਟ ਨੂੰ ਇਹ ਕਹਿਣਾ ਚਾਹੂੰਗਾ ਕਿ ਬੜੀ ਚੀਜ਼ਾਂ ਐਸੀਆਂ, ਬੜੀ ਫੈਸਿਲਿਟੀਜ਼ ਐਸੀਆਂ ਜਿਹੜੀ ਕਿ ਸਰਕਾਰੀ ਹਸਪਤਾਲ ਦੇ ਵਿੱਚ ਗਵਰਨਮੈਂਟ ਨੇ ਦਿੱਤੀਆਂ ਹੈ, ਬਟ ਪ੍ਰਾਈਵੇਟ ਹਸਪਤਾਲ ਦੇ ਵਿੱਚ ਉਹ ਸਾਨੂੰ ਜਿਹੜੀ ਫੈਸਿਲਿਟੀਜ਼ ਬਿਲਕੁਲ ਨਹੀਂ ਦਿੱਤੀਆਂ ਗਈਆਂ, ਤੇ ਉਹ ਸਾਨੂੰ ਫੈਸਿਲਿਟੀਜ਼ ਹੋ। ਸਭ ਤੋਂ ਪਹਿਲਾਂ ਜੇ ਮੈਂ ਇਹ ਕਹਿਣਾ ਚਾਹੂੰਗਾ, ਜਿੰਨਾ ਕਿ ਜੋ ਮੇਨ ਹੈ ਕਿ ਇਸ ਦੌਰਾਨ ਜਿਹੜਾ ਸਾਰਾ ਹੈ ਨਾ, ਕੋਈ ਸਸਪੈਕਟਡ ਪੇਸ਼ੈਂਟ ਆਉਂਦਾ ਹੈ, ਸਾਡੇ ਕੋਲ ਜਿਹੜੀ ਕਿਟਸ ਹੈਗੀਆਂ, ਕਰੋਨਾ ਵਾਇਰਸ ਟੈਸਟਿੰਗ ਦੀ ਕਿਟਸ ਹੈਗੀਆਂ, ਜਾਂ ਕਰੋਨਾ ਵਾਇਰਸ ਟੈਸਟ ਜਿਹੜੇ ਵੀ ਟੈਸਟ ਕਰਨ ਦੇ ਜਿਹੜੇ ਵੀ ਟੈਸਟ ਹੈਗੇ ਹੈ, ਵੀ ਸਾਨੂੰ ਵੀ ਉਹ ਅਵੇਲੇਬਲ ਕਰਾਏ ਜਾਣ ਚੀਪ ਰੇਟਸ ਦੇ ਵਿੱਚ, ਤਾਂ ਕਿ ਕੋਈ ਵੀ ਸਸਪੈਕਟਡ ਪੇਸ਼ੈਂਟ ਹੋ ਆਪਾਂ ਉਹਨੂੰ ਟੈਸਟ ਇੱਥੇ ਕਰ ਸਕੀਏ, ਬਜਾਏ ਉਹਨੂੰ ਆਪਾਂ ਉੱਥੇ ਸਿਵਲ ਹਸਪਤਾਲ ਭੇਜੀਏ, ਬਿਕੋਜ਼ ਸਿਵਲ ਹਸਪਤਾਲ ਆਲਰੇਡੀ ਇੰਨਾ ਰਸ਼ ਹੁੰਦਾ ਹੈ, ਪੇਸ਼ੈਂਟ ਨੂੰ ਕਾਫੀ ਲੰਬੀ ਲਾਈਨਸ ਖੜੇ ਰਹਿਣਾ ਪੈਂਦਾ ਹੈ, ਤੇ ਬੜੇ ਪੇਸ਼ੈਂਟ ਸਿਰਫ ਇਸ ਕਰਕੇ ਟੈਸਟ ਨਹੀਂ ਕਰਾਉਂਦੇ ਕਿ ਉੱਥੇ ਵੇਟਿੰਗ ਟਾਈਮ ਬਹੁਤ ਜ਼ਿਆਦਾ ਹੈ, ਤੇ ਸਾਡੇ ਇੱਕ ਤਾਂ ਕਿਟਸ ਅਵੇਲੇਬਲ ਕਰਾਈ ਜਾਣ ਤਾਂ ਕਿ ਆਪਾਂ ਪੇਸ਼ੈਂਟ ਇੱਥੇ ਸਾਰੇ ਟੈਸਟ ਕਰ ਸਕਣ। ਤੇ ਸਾਨੂੰ ਕਈ ਚੀਜ਼ਾਂ ਹੋਰ ਵੀ ਜਿਹੜੀ ਸਰਕਾਰੀ ਕਿਹੜੀ ਚੀਜ਼ਾਂ ਜਿਹੜੀਆਂ ਸਾਨੂੰ ਹਸਪਤਾਲ ਦੇ ਵਿੱਚ ਯੂਜ਼ ਕਰਨੀਆਂ, ਸਾਨੂੰ ਉਹਦੀ ਜਿਹੜੀ ਹੈ ਪ੍ਰਾਈਸਿਸ ਜਿਹੜੇ ਹੈਗੇ ਹੈ, ਜਿਹੜੀ ਕਈ ਚੀਜ਼ਾਂ ਆਪਾਂ ਆਪਣੇ ਪ੍ਰਾਈਵੇਟ ਹਸਪਤਾਲ ਯੂਜ਼ ਕਰਦੇ ਹਾਂ ਉਹ ਘੱਟ ਰੇਟਾਂ 'ਤੇ ਦਿੱਤੀ ਜਾਣ, ਜੋ ਕਿ ਸਰਕਾਰੀ ਹਸਪਤਾਲ ਦੇ ਵਿੱਚ ਇਸ ਤਰ੍ਹਾਂ ਅਵੇਲੇਬਲ ਹੋਈਆਂ। ਬਹੁਤ ਬਹੁਤ ਧੰਨਵਾਦ ਡਾਕਟਰ ਮਨੀਸ਼ ਐਂਡ ਡਾਕਟਰ ਸੁਰੂਚੀ, ਜਿਹੜਾ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ, ਜਿਹੜੀਆਂ ਪ੍ਰੋਬਲਮਸ ਤੁਹਾਨੂੰ ਆਈਆਂ ਉਹ ਤੁਸੀਂ ਸਾਡੇ ਨਾਲ ਸਾਂਝੇ ਕੀਤੇ, ਤੇ ਪੇਸ਼ੈਂਟਸ ਨੂੰ ਦੱਸਿਆ ਕਿ ਤੁਹਾਡੀਆਂ ਓਪੀਡੀਜ਼ ਜਿਹੜੀਆਂ ਹੁਣ ਰੈਗੂਲਰ ਹੋ ਚੁੱਕੀਆਂ ਹੋਈਆਂ ਨੇ, ਤੇ ਅੱਗੇ ਜਾ ਕੇ ਵੀ ਤੁਹਾਨੂੰ ਉਮੀਦ ਕਰਦੇ ਹਾਂ ਕੋਈ ਇੱਦਾਂ ਦੀ ਪ੍ਰੋਬਲਮ ਨਾ ਆਵੇ, ਤੇ ਜਿਹੜੀ ਡਿਮਾਂਡਸ ਹੋਈ ਗਵਰਨਮੈਂਟ ਦੇ ਸਾਹਮਣੇ ਰੱਖੀਆਂ ਤੁਹਾਡੀਆਂ ਜ਼ਰੂਰ ਪੂਰੀਆਂ। ਬਹੁਤ ਬਹੁਤ ਧੰਨਵਾਦ ਜੀ। ਓਕੇ।
ਸੋ ਇਹ ਸਨ ਸਾਡੇ ਨਾਲ ਡਾਕਟਰ ਮਨੀਸ਼ ਤੇ ਡਾਕਟਰ ਸੁਰੂਚੀ ਅਗਰਵਾਲ ਹਸਪੀਟਲ ਤੋਂ ਜਿਹੜਾ ਕਿ ਹਸਪੀਟਲ ਲਿਵਰ ਐਂਡ ਗਟ ਦਾ ਸਪੈਸ਼ਲਿਸਟ ਹੈ। ਇਹਨਾਂ ਨੇ ਦੱਸਿਆ ਕਿ ਸਾਨੂੰ ਕਿਸ ਤਰੀਕੇ ਦੇ ਨਾਲ ਜਿਹੜੀਆਂ ਪੇਸ਼ੈਂਟਸ ਨੂੰ ਦਿੱਕਤ ਆਈਆਂ ਇਸ ਹਸਪੀਟਲ ਦੇ ਵਿੱਚ ਜਾਂ ਕਿਸੇ ਵੀ ਹਸਪੀਟਲ ਦੇ ਵਿੱਚ ਇਸ ਲੋਕਡਾਊਨ ਦੇ ਦੌਰਾਨ, ਤੇ ਨਾਲ ਉਹਨਾਂ 'ਚ ਗਵਰਨਮੈਂਟ ਦੇ ਅੱਗੇ ਡਿਮਾਂਡ ਰੱਖੀ ਹੋਈ ਹੈ ਕਿ ਜਿਹੜੇ ਇਕਵਿਪਮੈਂਟਸ ਜਿਹੜੇ ਨੇ ਉਹ ਯੂਜ਼ ਹੁੰਦੇ ਨੇ ਉਹਨਾਂ ਨੂੰ ਘੱਟ ਪ੍ਰਾਈਸਿਸ ਦੇ ਉੱਤੇ ਇਹਨਾਂ ਨੂੰ ਮੁਹੱਈਆ ਕਰਾਈਆਂ ਜਾਣ, ਤਾਂ ਕਿ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਇਲਾਜ ਕਰਾਉਣ ਦੇ ਦੌਰਾਨ ਕਿਸੇ ਵੀ ਤਰੀਕੇ ਦੀ ਫਾਈਨੈਂਸ਼ੀਅਲ ਦਿੱਕਤ ਵੀ ਨਾ ਆਵੇ। ਕੈਮਰਾ ਪਰਸਨ ਸੁਖਵਿੰਦਰ ਸਿੱਧੂ ਦੇ ਨਾਲ ਮੈਂ ਸਾਹਿਲ ਨਰੂਲਾ, ਦੈਨਿਕ ਸਵੇਰਾ ਟੀਵੀ ਜਲੰਧਰ ਤੋਂ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित मौलवी बेगम तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।